तू मुझे नवाजे तेरा कर्म है वरना तेरी रहमतों का बदला मेरी बंदगी नहीं। काशी टीवी देखने वाले सारे साडे व्यूअर्स ਨੂੰ ਮੇਰੇ ਬਲਬੀਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। जी हाँ टॉक शो ਵਿੱਚ ਤੁਹਾਡਾ ਨਿੱਘਾ ਜਿਹਾ ਸਵਾਗਤ ਹੈ। ਅਸੀਂ ਲੈ ਕੇ ਆਏ ਤੁਹਾਡੇ ਲਈ ਅੱਜ ਸਪੈਸ਼ਲ ਗੈਸਟ ਤੇ ਲੋਟ ਆਫ ਰਿਕੁਐਸਟ ਔਨ ਮਾਈ ਮੈਸੇਂਜਰ ਤੇ ਜਿਨ੍ਹਾਂ ਨੇ ਵੀ ਕੀਤੀ, ਉਹਨਾਂ ਦੇ ਲਈ ਉਹ ਚਾਹੁੰਦੇ ਸੀ ਕਿ ਅਸੀਂ ਕੁਝ ਹੈਲਥ ਟਿਪਸ, ਬਿਊਟੀ ਟਿਪਸ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਇਹ ਸਭ ਦੀ ਜਾਣਕਾਰੀ ਅੱਜ ਤੁਹਾਡੇ ਲਈ ਲੈ ਕੇ ਆਏ ਕਿਉਂਕਿ ਕਰੋਨਾ ਵਾਇਰਸ ਦੇ ਟਾਈਮ ਤੇ ਅਸੀਂ ਬਿਊਟੀ ਪਾਰਲਰਸ ਨਹੀਂ ਜਾ ਸਕਦੇ, ਬਾਹਰ ਨਹੀਂ ਜਾ ਸਕਦੇ। ਸੋ देयर इज़ अ वे वी कैन डू इट एट होम। सो होम टिप्स ਜਿਹੜੀਆਂ ਹੈਗੀਆਂ ਸਾਡੇ ਨਾਲ ਸਾਂਝੀ ਕਰਨਗੇ ਇੱਕ ਬਹੁਤ ਪਿਆਰੇ ਜਿਹੇ ਸਾਡੇ ਗੈਸਟ ਆਏ ਨੇ, ਉਹ ਬੁਸ਼ਰਾ ਜੋ ਕਿ ਬਿਊਟੀ ਥੈਰੇਪਿਸਟ ਵੀ ਨੇ ਤੇ ਆਪਣੇ ਬਾਰੇ ਜਾਣਕਾਰੀ देंगे। वेलकम करते हैं बुशरा जी का अपने काशी टीवी पे। सो बुशरा, तुम्हारा बहुत बहुत स्वागत है एंड बहुत बहुत शुक्रिया आपका यहाँ पर आने के लिए। एंड टेल मी लिटिल बिट अबाउट यू। Thank you so much for having me, Balbir. My name is Bushra Durrani and I've been a therapist for around about 10 years now. The holiday in Birmingham airport ते मैं पिछले कह लो 5-5.5 साल में काम किया। फिर कुछ हेल्थ प्रॉब्लम्स मेरियां हुई तो मैं चेंज टू आई ब्रॉट माई क्लिनिक बैक होम। तो पिछले साल तो मैं काम कर रही सी कार तो फिर कोरोना वायरस आ गया जो कि बिल्कुल ही कह लो कि मुश्किल पेश आ गई इस प्रोफैशन दे विच। सो सफ़र मेरा कह लो पिछले 10 साल ते ब्यूटी दे विच। उस तो पहले मैं रीटेल करती सी। रीटेल भी मैं किया 8.5 साल पहले। उस बिजनेस के न्यूज़ एजेंट बिजनेस सी ਉਹ ਮੇਰੇ ਅਮੀ ਡੈਡੀ ਨੇ ਸ਼ੁਰੂ ਕੀਤਾ ਸੀ। ਤੇ ਉਹ ਜਦੋਂ ਆਏ ਸੀ 19 ਆਈ ਥਿੰਕ ਮਾਈ ਡੈਡ ਕੇਮ ਇਨ 1960s ਐਂਡ 1978 ਵਿੱਚ ਉਹਨਾਂ ਨੇ ਪਹਿਲਾ ਕਾਰੋਬਾਰ ਆਪਣਾ ਸ਼ੁਰੂ ਕੀਤਾ ਸੀ ਜੋ ਕਿ ਨਿਊਜ਼ ਏਜੰਟ ਸੀ, ਜੋ ਕਿ ਅਸੀਂ ਮੈਂ ਮਾਸ਼ਾਅੱਲਾ ਮੈਂ 6 ਭੈਣ ਭਰਾ ਹਾਂ। ਓਕੇ, ਚਲੋ ਵਧੀਆ ਫੈਮਿਲੀ ਹੈ। 6 ਭੈਣ ਭਰਾ। ਉਸ ਜ਼ਮਾਨੇ 'ਚ ਕਹਿ ਲਵੋ ਕਿ ਜਿਸ ਵਕਤ ਸਾਡੇ ਅਮੀ ਡੈਡੀ ਬਿਜ਼ਨਸ 'ਚ ਗਏ ਤੇ ਉਹਨਾਂ ਨੇ ਨਾਲ ਉਸ ਵਕਤ ਵੀ ਕਾਫੀ ਉਹਨਾਂ ਨੇ ਦੁਸ਼ਵਾਰੀ ਵੇਖੀ, ਉਹਨਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ। ਮੈਂ ਸੈਕਿੰਡ ਐਲਡੈਸਟ ਹਾਂ ਤੇ ਮੈਂ ਵੀ ਕਹਿ ਲਓ ਕਿ ਨਿਊਜ਼ ਏਜੰਟ ਜਦੋਂ ਅਸੀਂ ਛੋਟੇ ਸੀ ਸਾਡੇ ਮਮ ਐਂਡ ਡੈਡ ਨੇ ਨਿਊਜ਼ ਏਜੰਟਸ ਦੇ ਵਿੱਚ ਸਾਨੂੰ ਦਿਖਾਣਾ ਔਰ ਸਿਖਾਉਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਸ਼ਾਦੀ ਹੋਈ ਤੇ ਉਹਦੇ ਬਾਅਦ ਬਿਜ਼ਨਸ ਦਾ ਸੋਚਿਆ ਤੇ ਮੈਨੂੰ ਇੱਕੋ ਬਿਜ਼ਨਸ ਆਉਂਦਾ ਸੀ, ਉਹ ਮੇਰੇ ਡੈਡੀ ਦਾ ਸੀ। ਉਸ ਤੋਂ ਪਹਿਲੇ ਮੈਂ 6 ਸਾਲ ਮੈਂ ਚਾਈਲਡ ਪ੍ਰੋਟੈਕਸ਼ਨ ਵਿੱਚ ਵੀ ਕੰਮ ਕੀਤਾ। ਦੈਟਸ ਨਾਈਸ। 6 ਸਾਲ ਮੈਂ ਚਾਈਲਡ ਪ੍ਰੋਟੈਕਸ਼ਨ ਵਿੱਚ ਕੰਮ ਕੀਤਾ। ਉਹਦੇ ਬਾਅਦ ਫਿਰ ਸ਼ਾਦੀ ਜਦੋਂ ਉਸੇ ਦੌਰਾਨ ਸ਼ਾਦੀ ਹੋ ਗਈ ਤੇ ਉਸ ਵਕਤ ਜੋ ਉਹ ਸੋਚਦੇ ਪਏ ਸੀ ਕਿ ਅਸੀਂ ਬਿਜ਼ਨਸ ਕਰੀਏ ਤੇ ਮੈਨੂੰ ਇਹ ਸੀ ਕਿ ਮੈਂ ਡੈਡੀ ਦਾ ਹੀ ਬਿਜ਼ਨਸ ਕਰ ਸਕਦੀ ਹਾਂ। ਤੇ ਆਲਰੇਡੀ ਮੇਰੀ ਸਿਸਟਰ ਚਲੀ ਗਈ ਹੋਈ ਸੀ, ਉਹਨੇ ਵੀ ਉਸ ਫੋਰਸਿਸ ਜੁਆਇਨ ਕਰ ਲਏ ਸੀ ਨਿਊਜ਼ ਏਜੰਟਸ ਦੇ। ਤੇ ਮੇਰੇ ਵਾਸਤੇ ਆਸਾਨੀ ਸੀ that I could see them and I knew that I could do it as well. ਉਹ 8.5 ਸਾਲ ਕੀਤਾ ਤੇ ਤੁਹਾਨੂੰ ਅਗਰ ਯਾਦ ਹੋਏਗਾ 2008 ਦੇ ਵਿੱਚ ਰਿਸੈਸ਼ਨ ਆ ਗਿਆ। ਜੀ ਉਹ ਕਹਿ ਲਵੋ ਕਿ ਸਾਡਾ ਕਾਰੋਬਾਰ 2010 ਤੱਕ ਖਤਮ ਹੋ ਗਿਆ। लेकिन इट वॉज़ अ नाइस जर्नी बलबीर जी। काफ़ी चीज़ा मैं सीखियाँ, इंडिपेंडेंस और कह लो उस दौरान मेरे 2 बच्चे भी होए। इट्स हार्ड भी सी क्योंकि 2 बच्चे करना 10-15 घंटे काम भी करना मुश्किल हो जाता है कारोबार चलाना, लेकिन फिर भी तुसी एक्टिवली हर चीज़ नू पूरा करना। सो ਉਹਦੇ ਬਾਅਦ ਫਿਰ ਕਹਿ ਲਵੋ ਕਿ ਜਿਸ ਵਕਤ ਰਿਸੈਸ਼ਨ ਆਇਆ ਮੈਂ ਉਸ ਵਕਤ ਸੋਚਿਆ ਮੈਂ ਕੀ ਕਰਾਂ, ਕੀ ਕਿਹੜਾ ਨੈਕਸਟ ਮੇਰਾ ਵੈਂਚਰ ਹੋਣਾ ਚਾਹੀਦਾ। ਤੇ ਮੈਨੂੰ ਖਿਆਲ ਆਇਆ ਕਿ ਜਦੋਂ ਮੈਂ 16-17 ਦੀ ਸੀ ਮੈਨੂੰ ਬਿਊਟੀ ਐਂਡ ਹੇਅਰ ਦਾ ਬੜਾ ਸ਼ੌਕ ਸੀ। ਮੈਨੂੰ ਲੱਗਦਾ ਸੀ ਤੁਸੀਂ ਇਹੋ ਕਹਿਣਾ ਬਿਕੋਜ਼ ਇੱਕ ਉਹ ਏਜ ਜਿਹੜੀ ਹੁੰਦੀ ਆ ਉਦੋਂ ਆਪਾਂ ਐਕਸਪੈਰੀਮੈਂਟ ਬਹੁਤ ਕਰਦੇ ਆ, ਸਪੈਸ਼ਲੀ ਲਾਈਡੀ ਮੈਨਸ ਦੇ ਬਾਰੇ ਮੈਂ ਨਹੀਂ ਕਹਿ ਸਕਦੀ ਪਰ ਵਿਮਨਸ ਬਿਕੋਜ਼ ਬੀਇੰਗ ਅ ਵਿਮਨ ਉਸ ਟਾਈਮ ਤੇ ਤੁਸੀਂ ਬਹੁਤ ਐਕਸਪੈਰੀਮੈਂਟ ਕਰਦੇ ਹੁੰਦੇ ਹੋ। ਤੇ ਤੁਸੀਂ ਜਿੱਦਾਂ ਕਿਹਾ ਵੀ ਵੈਨ ਯੂ ਆਰ ਅ ਟੀਨੇਜਰ। ਸੋ ਦੱਸੋ ਅੱਗੇ ਕੀ ਹੋਇਆ ਫਿਰ? ਤੇ ਉਸ ਵਕਤ ਕੀ ਹੋਇਆ ਕਿ ਮੈਂ ਫਿਰ ਡੈਡੀ ਕੋਲ ਗਈ। ਡੈਡੀ ਨੂੰ ਕਿਉਂਕਿ ਐਂਡ ਕੰਮ ਸਾਡੇ ਡੈਡੀ ਦੇ ਨਾਲ ਹੀ ਹੁੰਦਾ ਸੀ, ਇਫ ਹੀ ਸੇਜ਼ ਯੈਸ ਔਰ ਇਫ ਹੀ ਸੇਜ਼ ਨੋ। ਤੇ ਮੈਂ ਕਿਹਾ, ਉਹਨਾਂ ਨੇ ਕਿਹਾ ਤੂੰ ਕੀ ਕਰਨਾ ਵੇ? ਤੇ ਮੈਂ ਕਿਹਾ ਡੈਡੀ ਮੈਂ ਸੋਚ ਰਹੀ ਪਈ ਹੇਅਰ ਡਰੈਸਸ ਜਾਂ ਬਿਊਟੀ ਵਿੱਚ ਚਲੀ ਜਾਵਾਂ। ਕਹਿੰਦੇ ਨੇ ਇਹ ਵੀ ਕੋਈ ਕੰਮ ਹੈ, ਕੋਈ ਹੋਰ ਸੋਚ। ਐਂਡ ਉਹ ਕਹਿ ਲਓ ਕਿ ਚੈਪਟਰ ਮੇਰਾ ਉਹਨਾਂ ਨੇ ਕਲੋਜ਼ ਕਰ ਦਿੱਤਾ, ਡੂ ਸਮਥਿੰਗ ਐਲਸ। ਕਿਉਂਕਿ I think you will agree with me ਬਲਬੀਰ, ਜਿਹੜੇ ਸਾਡੇ ਬਜ਼ੁਰਗ ਲੋਕ ਹੈਗੇ ਨੇ ਉਹ ਚਾਹੁੰਦੇ ਸੀ ਸਾਡੇ ਬੇਟੇ ਜਾਂ ਬੇਟੀਆਂ ਡਾਕਟਰਸ, ਅਕਾਊਂਟੈਂਸੀ ਐਂਡ ਵਕੀਲ, these sort of ਸ਼ੋਬੇ। ਜੀ ਇੱਕਦਮ ਸਹੀ ਗੱਲ ਹੈ ਬੁਸ਼ਰਾ। ਲੇਕਿਨ ਹੁਣ ਚੇਂਜ ਹੋ ਰਿਹਾ ਵੇ, ਹੁਣ ਦੂਸਰੀ ਫੀਲਡਸ ਨੂੰ ਵੀ ਅਪਰੀਸ਼ੀਏਟ ਕੀਤਾ ਜਾਂਦਾ ਵੇ। ਯੈਸ।
ਸੋ ਉਸ ਵਕਤ ਡੈਡੀ ਨੇ ਨਾ ਕਰ ਦਿੱਤੀ। ਹੁਣ ਮੈਂ ਕਹਿ ਲਵੋ ਖੁਦ ਮੁਖਤਾਰ, ਆਈ ਮੀਨ ਮਾਈ ਲੇਟ 30s, ਸੋਚ ਰਹੀ ਹਾਂ ਕਿ ਮੈਂ ਕੀ ਕਰਾਂ। ਤੇ ਸੋਚਿਆ ਠੀਕ ਹੈ, ਮੈਂ 2-3 ਹਫ਼ਤਿਆਂ ਦੇ ਵਿੱਚ ਹੀ ਆਪਣੀ ਮਾਈਂਡ ਬਣਾਈ ਐਂਡ ਆਈ ਵੈਂਟ ਬੈਕ ਟੂ ਕਾਲਜ। ਫਿਰ ਮੈਂ ਬਿਊਟੀ ਦਾ ਇਲੈਕਟ੍ਰੋਥੈਰੇਪੀ ਕੀਤੀ ਡਿਪਲੋਮਾ, ਐਂਡ ਮੇਰਾ ਸਫ਼ਰ ਸ਼ੁਰੂ ਹੋਇਆ ਬਿਊਟੀ ਦੇ ਵਿੱਚ। ਉਸ ਵਕਤ ਮੇਰੇ ਜੋ ਕਿਡਸ ਦੇ ਡੈਡ ਸੀ ਉਹ ਜਰਮਨੀ ਚਲੇ ਗਏ। ਉਹ ਜਦੋਂ ਜਰਮਨੀ ਗਏ ਤੇ ਮੈਂ ਇਸ ਵਕਤ ਇਕੱਲੀ ਆਪਣੇ ਬੱਚਿਆਂ ਦੇ ਨਾਲ ਸੀ। ਉਸ ਵਕਤ ਵੀ ਦੁਸ਼ਵਾਰੀ ਪੇਸ਼ ਆਈ ਕਿ ਮੈਂ ਕਿਸ ਤਰ੍ਹਾਂ ਹਰ ਚੀਜ਼ ਹੈਂਡਲ ਕਰਾਂ। ਬਟ ਆਈ ਲੈਫਟ ਵਰਕ। ਮੈਂ ਕਿਸੇ ਵਾਸਤੇ ਕੰਮ ਕਰ ਰਹੀ ਸੀ, ਇੱਕ ਸਪੈਨਿਸ਼ ਕੰਪਨੀ ਸੀ ਬਾਇਓ ਦਾ ਕੇਅਰ, ਉਹਨਾਂ ਦੇ ਵਾਸਤੇ ਕੰਮ ਕੀਤਾ। ਲੇਕਿਨ ਮੈਨੂੰ ਚਾਈਲਡ ਡ੍ਰੌਪ ਪਿਕਅਪ ਕਰਨਾ ਹਰ ਚੀਜ਼ ਮੈਨੂੰ ਮੁਸ਼ਕਲ ਲੱਗ ਰਹੀ ਸੀ। ਮੈਂ ਕਿਹਾ ਘਰ ਦੇ ਨੇੜੇ ਹੋਏਗਾ ਤੇ ਮੈਂ ਹਰ ਚੀਜ਼ ਨੂੰ ਠੀਕ ਤਰ੍ਹਾਂ ਹੈਂਡਲ ਕਰ ਸਕਾਂਗੀ। ਐਂਡ ਆਈ ਥੋਟ ਅਗੇਨ, ਵਨਸ ਅਗੇਨ ਇਨ ਮਾਈ ਲਾਈਫ ਆਈ ਥੋਟ ਸੈਲਫ ਇੰਪਲੋਇਮੈਂਟ ਹੀ ਚਲੇਗੀ। ਫਿਰ ਉੱਥੇ ਮੈਂ ਰਿਜ਼ਾਈਨ ਕੀਤਾ ਤੇ ਸੋਚਿਆ ਕਿ ਇਨਵੈਸਟਮੈਂਟ ਵੱਡੀ ਨਹੀਂ ਕਰਨਾ ਚਾਹੁੰਦੀ। ਆਈ ਵਿਲ ਪ੍ਰੋਬਬਲੀ ਲੁੱਕ ਐਟ ਲੋਕੇਸ਼ਨਸ ਵਿਚ ਆਰ ਆਲਰੇਡੀ, ਕੋਲੈਬੋਰੇਟ ਕਰਾਂ ਕਿਸੇ ਦੇ ਨਾਲ। ਤੇ ਮੈਂ ਹੋਟਲਸ ਦਾ ਸੋਚਿਆ ਤੇ ਪਹਿਲਾ ਹੀ ਹੋਟਲ ਮੇਰੇ ਘਰ ਦੇ ਕੋਲ ਹੈ, ਹੌਲੀਡੇ ਇਨ ਬਰਮਿੰਘਮ 에ਅਰਪੋਰਟ ਜੀ। ਉਹਨਾਂ ਦੇ ਨਾਲ ਰਾਬਤਾ ਕੀਤਾ, ਉਹਨਾਂ ਨੇ ਹਫ਼ਤੇ ਦੇ ਵਿੱਚ ਹੀ ਮੈਨੂੰ ਯੈਸ ਕਰ ਦਿੱਤੀ ਤੇ ਇਸ ਤਰ੍ਹਾਂ ਮੇਰਾ ਉਹਨਾਂ ਦੇ ਨਾਲ ਸਿਲਸਿਲਾ ਸ਼ੁਰੂ ਹੋ ਗਿਆ। ਸੋ ਇਟ ਵਾਜ਼ ਬੀਨ ਦੇ ਫॉर 5 years। ਉੱਥੇ ਜ਼ਿਆਦਾਤਰ ਕਹਿ ਲਵੋ ਕਿ ਤੁਹਾਡੇ ਲੋਕਲ ਰੈਜ਼ੀਡੈਂਟਸ ਮੈਂ ਖੁਦ ਬਣਾਏ। ਆਈ ਹੈਡ ਟੂ ਫਾਈਂਡ ਵੇਜ਼ ਟੂ ਗੈਟ ਮਾਈ ਲੋਕਲ ਕਸਟਮਰਸ। ਬਟ ਐਵਰੀ ਡੇ ਦਾ ਕਿ ਆਉਣੇ ਜਾਣੇ ਉਹ 에ਅਰਪੋਰਟ 'ਤੇ ਤੁਹਾਨੂੰ ਪਤਾ 에ਅਰ ਹੋਸਟਸ ਵੀ ਆਉਂਦੀਆਂ ਨੇ ਜੀ, ਬਿਕੋਜ਼ ਇਟਸ ਲੋਕੇਟਿਡ ਨੈਕਸਟ ਟੂ ਦ 에ਅਰਪੋਰਟ। ਤੇ ਉੱਥੋਂ ਕਿਹੜੀ ਫਲਾਈਟਸ ਵਗੈਰਾ ਆਉਂਦੀ ਸੀ, ਮੈਨੂੰ ਉੱਥੋਂ ਬਿਜ਼ਨਸ ਮਿਲਦਾ ਸੀ। ਉਹ ਅੱਛਾ ਗਿਆ 5 years, ਲੇਕਿਨ ਫਿਰ ਮੇਰੀ ਆਪਣੀ ਪਰਸਨਲ ਰੀਜ਼ਨਸ ਵਾਸਤੇ ਮੈਂ ਛੱਡ ਦਿੱਤਾ। ਐਂਡ ਦੈਨ ਫਰਮ ਲਾਸਟ ਈਅਰ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਵੇ ਕਿ ਮੈਂ ਕਲੀਨਿਕ ਕਾਰਡ ਤੋਂ ਕਰ ਰਹੀ ਸੀ, ਲੇਕਿਨ ਜੋ ਮੈਂ ਕੀਤਾ ਵੇ ਡਿਪਲੋਮਾ ਉਹ ਇਲੈਕਟ੍ਰੋਥੈਰੇਪੀ ਦੇ ਵਿੱਚ ਹੈ। ਸੋ ਆਈ ਸਪੈਸ਼ਲਾਈਜ਼ ਇਨ ਮਾਈਕਰੋ ਕਰੰਟ, ਰੇਡੀਓ ਫ੍ਰੀਕੁਐਂਸੀ, ਪਲਾਜ਼ਮਾ, ਹਾਈਫੂ, ਹੇਅਰ ਰਿਮੂਵਲ, IPL ਹੋਵੇ ਜਾਂ ਲੇਜ਼ਰ ਹੋਵੇ, ਮੇਰਾ ਸਾਰਾ ਕੰਮ ਇਹਦੇ ਵਿੱਚ ਹੈ। ਹੁਣ ਤੁਸੀਂ ਆਪ ਸੋਚੋ ਕਿ ਅਸੀਂ ਹੁਣ ਲੋਕਡਾਊਨ ਦੇ ਵਿੱਚ ਆ, ਕਲੀਨਿਕਸ ਬੰਦ ਹੋ ਗਈਆਂ ਨੇ ਜੀ, ਤੇ ਅਸੀਂ ਕੀ ਕਰੀਏ? ਜੋ ਸਾਰੀ ਸਾਡੀ ਆਡੀਅנס ਵਿਊਅਰਸ ਨੇ ਉਹ ਘਰ ਬੈਠ ਕੇ ਕਿਸ ਤਰ੍ਹਾਂ ਆਪਣਾ ਖਿਆਲ ਕਰ ਸਕਦੇ ਨੇ? ਇਹ ਕਿ ਸਪੈਸ਼ਲੀ ਹੈ ਨਾ, ਇੱਕ ਬੁਸ਼ਰਾ ਜਿੱਦਾਂ ਤੁਸੀਂ ਦੱਸਿਆ ਵੀ ਜਦੋਂ ਤੁਸੀਂ ਛੋਟੇ ਹੁੰਦੇ ਸੀ ਉਦੋਂ ਤੋਂ ਤੁਸੀਂ ਆਪਣੀ ਜਰਨੀ ਦੱਸੀ, ਵਿਚ ਇਜ਼ ਅ ਵੈਰੀ ਬਰੇਵਿੰਗ ਇਨਫੋਰਮੇਸ਼ਨ ਯੂ ਗਿਵਨ। ਕੋਈ ਦਿੰਦਾ ਹੈਗਾ ਜਿਹੜਾ ਕਿ ਆਪਣੇ ਆਪ ਨੂੰ ਕੌਨਫੀਡੈਂਟ ਹੋ ਜਾਂਦਾ। ਆਈ ਥਿੰਕ ਜਦੋਂ ਅਸੀਂ ਉਸ ਦੌਰ 'ਚੋਂ ਗੁਜ਼ਰ ਜਾਂਦੇ ਹਾਂ ਦੈਨ ਵੀ ਫੀਲ ਪ੍ਰਾਊਡ ਆਫ ਆਵਰ ਸੈਲਫ ਕਿ ਯੈਸ ਮੈਂ ਕੁਛ ਆਪਣੀ ਲਾਈਫ 'ਚ ਕਰ ਲਿਆ ਤੇ ਮੈਂ ਦੂਸਰਿਆਂ ਨਾਲ ਸ਼ੇਅਰ ਕਰਾਂ, ਤਾਂ ਕਿ ਅਗਰ ਕੋਈ ਮੇਰੇ ਵਰਗੂ ਹੈ ਤਾਂ ਉਹ ਡਾਊਨ ਨਾ ਫੀਲ ਕਰੇ ਵੀ ਦੇयर ਇਜ਼ ਸੋ ਮੈਨੀ ਓਪਰਚੁਨਿਟੀ। ਅਸੀਂ ਓਪਰਚੁਨਿਟੀ ਚੂਜ਼ ਕਰਕੇ ਆਪਣੇ ਆਪ ਨੂੰ ਹਾਇਰ ਸਟੈਂਡਰਡ ਤੇ ਲਿਜਾ ਸਕਦੇ ਆ। ਸੋ ਵੂਮਨ ਇਨ ਪਾਵਰ ਦੀ ਵੀ ਇਨਫੋਰਮੇਸ਼ਨ ਤੁਸੀਂ ਅੱਜ ਸਾਡੇ ਲਈ ਲੈ ਆਏ ਹੋ, ਸੋ ਦੈਟਸ ਗ੍ਰੇਟ। ਸੋ ਯੈਸ, ਜਿੱਦਾਂ ਤੁਸੀਂ ਦੱਸਿਆ ਵੀ ਜਿਹੜੀ ਬਿਊਟੀ ਟਰੀਟਮੈਂਟਸ ਐਟ ਹੋਮ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਕਰੋਨਾ ਵਾਇਰਸ ਦੇ ਟਾਈਮ ਤੇ ਬਹੁਤ ਜ਼ਿਆਦਾ ਹੋ ਗਈ ਹੈ, ਕਿਉਂਕਿ ਜਦੋਂ ਅਸੀਂ ਫੀਲ ਗੁੱਡ ਨਹੀਂ ਕਰਦੇ, ਲੁੱਕ ਗੁੱਡ ਨਹੀਂ ਕਰਦੇ, ਤੇ ਉਹ ਇੱਕ ਇਮੋਸ਼ਨਲੀ ਸਾਨੂੰ ਸਟ੍ਰੈਸ ਜੀ ਹੋ ਜਾਂਦੀ ਹੈ ਵੈਨ ਵੀ ਸੀ ਆਵਰ ਸੈਲਫ ਇਨ ਦ ਮਿਰਰ, ਵੀ ਡੋਂਟ ਲਾਈਕ ਦੈਟ ਪਰਸਨ। ਐਂਡ ਉਹ ਹੁੰਦਾ ਸੀ ਕਿ ਅਸੀਂ ਜਾਂਦੇ ਸੀ ਬਿਊਟੀ ਪਾਰਲਰ ਤੇ ਆਈਬ੍ਰੋਜ਼ ਕਰਨੇ, ਫੇਸ਼ੀਅਲ ਕਰਨਾ ਐਂਡ ਲੋਟ ਆਫ ਅਦਰ ਥਿੰਗਸ ਜਸਟ ਫॉर ਰਿਲੈਕਸਿੰਗ। ਇੱਕ ਚੈਟਿੰਗ ਵੀ ਸੀਗੀ ਕਿ ਵੀ ਚੈਟ ਟੂ ਅਦਰ ਵੂਮਨਸ, ਇੱਕ ਡਿਫਰੈਂਟ ਐਟਮੋਸਫੇਅਰ ਹੁੰਦਾ ਜਦੋਂ ਤੁਸੀਂ ਬਾਹਰ ਜਾਂਦੇ ਹੋ, ਪਰ ਉਹ ਸਾਰਾ ਬੰਦ ਹੋ ਗਿਆ। ਤੇ ਇਸ ਲਈ ਤੁਹਾਨੂੰ ਬੁਲਾਇਆ ਕਿ ਹੁਣ ਅਸੀਂ ਘਰ ਆਪਣੇ ਕਿਸ ਤਰੀਕੇ ਦੇ ਨਾਲ ਟਰੀਟਮੈਂਟ ਕਰੀਏ। ਤੁਸੀਂ ਦੱਸੋ ਕਿ ਜਿਹੜੀ ਸਿੰਪਲ ਟਰੀਟਮੈਂਟਸ ਜਿਹੜੀਆਂ ਹੁਣ ਅਸੀਂ, ਜਿੱਦਾਂ ਫਸਟ ਕੁਐਸਚਨ ਹੈ, ਤੁਸੀਂ ਥੈਰੇਪੀ ਨੂੰ ਕਿਸ ਤਰ੍ਹਾਂ, ਬਿਊਟੀ ਥੈਰੇਪੀ ਨੂੰ ਕਿਸ ਤਰ੍ਹਾਂ ਡਿਫਾਈਨ ਕਰੋਗੇ? ਬਿਊਟੀ ਥੈਰੇਪੀ ਬਲਬੀਰ ਜੀ, ਅਗਰ ਅਸੀਂ ਆਪਣੇ ਆਪ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਲੁੱਕ ਆਫਟਰ ਨਾ ਕਰੀਏ, ਅਸੀਂ ਫੀਲ ਗੁੱਡ ਨਹੀਂ ਕਰਦੇ। ਸੋ ਬਿਊਟੀ ਥੈਰੇਪੀ ਇਜ਼ ਅ ਡੈਫੀਨੇਸ਼ਨ ਆਫ ਹਾਊ ਟੂ ਲੁੱਕ ਗੁੱਡ, ਆਪਣਾ ਇਮੇਜ ਕਿਸ ਤਰ੍ਹਾਂ ਬਰਕਰਾਰ ਰੱਖੀਏ, ਔਰ ਜੋ ਸਾਨੂੰ ਉੱਤੇ ਵਾਲੇ ਨੇ ਜੋ ਨੈਣ ਨਕਸ਼ ਦਿੱਤੇ ਹੋਏ ਨੇ ਅਸੀਂ ਉਹਨੂੰ ਐਨਹਾਂਸ ਕਿਸ ਤਰ੍ਹਾਂ ਕਰੀਏ। ਤੇ ਉਹ ਸਮਝ ਲਓ ਕਿ ਤੁਸੀਂ ਘਰ ਬੈਠੇ ਕਰ ਸਕਦੇ ਹੋ। ਕਿਉਂਕਿ ਮੇਰਾ ਜਰਨੀ ਕਲੀਨਿਕਲ ਹੈ, ਲੇਕਿਨ ਉਹਦੇ ਬਾਵਜੂਦ ਮੈਂ ਕਹਿੰਦੀ ਹਾਂ ਕਿ ਤੁਸੀਂ ਅਗਰ ਘਰ ਬੈਠੇ ਹੋਏ ਹੋ, ਤੁਸੀਂ ਆਪਣੀ ਕਿਚਨ ਦੀ ਕਬਰਡਸ ਦੇ ਵਿੱਚੋਂ ਚੀਜ਼ਾਂ ਯੂਜ਼ ਕਰਕੇ ਆਪਣੀ ਬਿਊਟੀ ਦੀ ਜਰਨੀ ਹਾਲੀ ਵਿਕਾਰ ਕਰ ਸਕਦੇ ਹੋ। ਸੋ ਸਟਾਰਟਿੰਗ ਫਰੋਮ ਹੋਮ, ਅੱਜ ਤਾਂ ਹੀ ਬੁਸ਼ਰਾ ਜੀ ਨੂੰ ਬੁਲਾਇਆ, ਮੈਂ ਕਿਹਾ ਜਿਹੜੇ ਕਿਚਨ ਨੇ ਬੰਦ ਪਏ ਨੇ ਬਿਊਟੀ ਦੇ ਟਿਪਸ ਦੇ ਨਾਲ ਭਰੇ ਹੋਏ ਆ, ਸੋ ਵੀ ਕੈਨ ਓਪਨ ਦੋਜ਼ ਕਬਰਡਸ ਐਂਡ ਸੀ ਕਿ ਸਾਡੇ ਕਬਰਡਸ ਦੇ ਵਿੱਚ ਕੀ ਬਿਊਟੀ ਜਿਹੜੀ ਹੈਗੀ ਹੈ, ਹੋਮ ਰੈਮੇਡੀਜ਼ ਜਿਹੜੀਆਂ ਹੈਗੀਆਂ ਸਾਡੀ ਬਿਊਟੀ ਨੂੰ ਇੰਪਰੂਵ ਕਰਨ ਲਈ ਕੀ ਨੇ, ਬੁਸ਼ਰਾ ਜੀ ਕੋਲੋਂ ਜਾਣਦੇ ਹਾਂ। ਸੋ ਸਟਾਰਟ ਕਰਾਂਗੇ ਜਿਹੜੀ
ਹਾਊ ਕੈਨ ਵੀ ਡੂ ਬਿਊਟੀ ਟ੍ਰੀਟਮੈਂਟ ਐਟ ਹੋਮ, ਕੀ ਚੀਜ਼ਾਂ ਉਹਦੇ ਲਈ ਚਾਹੀਦੀਆਂ ਹੁੰਦੀਆਂ? ਸੱਚੀ ਗੱਲ ਦੱਸਾਂ ਕਿ ਤੁਹਾਡੇ ਕਬਰਡ ਦੇ ਵਿੱਚ ਹਰ ਚੀਜ਼ ਪਈ ਹੋਈ ਹੈ, ਹਰ ਚੀਜ਼ ਹੈ ਵੇ, ਤੁਸੀਂ ਯੂਜ਼ ਕਰ ਸਕਦੇ ਹੋ, ਇਸਤੇਮਾਲ ਕਰ ਸਕਦੇ ਹੋ। ਤੁਹਾਨੂੰ ਛੋਟੇ ਛੋਟੇ ਪੋਰਸ਼ਨਸ ਹੀ ਚਾਹੀਦੇ ਨੇ ਔਰ ਤੁਸੀਂ ਆਪਣੀ ਛੋਟਾ ਸਾ ਮਿਕਸਚਰ ਬਣਾਓ ਔਰ ਕਰ ਸਕਦੇ ਹੋ ਘਰ। ਆਈ ਵਿਲ ਸੇ ਘਰ ਬੈਠੇ ਹੋਏ ਤੁਸੀਂ ਕਹੋ ਕਿ ਹਰ ਕਿਸੇ ਦਾ ਆਪਣਾ ਆਪਣਾ ਬਜਟ ਵੀ ਹੈ ਜੀ। ਜਿਹੜੇ ਹੁਣ ਕਹਿ ਰਹੇ ਮੇਰੇ ਕੋਲ ਕਲੀਨਿਕ ਤੇ ਆਉਂਦੇ ਸੀ, ਉਹ ਆਪਣੇ ਹਾਈ ਫਾਈ ਸਟੈਂਡਰਡ ਬਜਟ ਦੇ ਹਿਸਾਬ ਨਾਲ ਟੂ ਬੀ ਓਨੈਸਟ ਟ੍ਰੀਟਮੈਂਟਸ ਲੈਂਦੇ ਸੀ। ਹੁਣ ਉਹ ਵਾਲੀ ਚੀਜ਼ਾਂ ਅਸੀਂ ਨਹੀਂ ਦੇ ਸਕਦੇ ਪਏ ਇਸ ਵਕਤ, ਨਹੀਂ ਬੁਲਾ ਸਕਦੇ, ਆਪਣੇ ਦਰਵਾਜ਼ੇ ਹਲੀ ਨਹੀਂ ਖੋਲ੍ਹ ਸਕਦੇ ਹੁਣ। ਲੇਕਿਨ ਦੌਰ ਇਸ ਤਰ੍ਹਾਂ ਆ ਗਿਆ ਬਲਬੀਰ ਜੀ ਕਿ ਕੰਪਨੀਜ਼ ਨੇ ਉਹੀ ਚੀਜ਼ਾਂ, ਠੀਕ ਹੈ ਸਾਡੀਆਂ ਕਿਹੜੀਆਂ ਮਸ਼ੀਨਾਂ ਨੇ ਕਲੀਨਿਕ ਦੇ ਵਿੱਚ ਉਹ ਜ਼ਿਆਦਾ ਪਾਵਰਫੁਲ ਨੇ, ਲੇਕਿਨ ਉਹਨਾਂ ਨੇ ਉਸ ਸੇਫਟੀ ਦੇ ਹਿਸਾਬ ਦੇ ਨਾਲ ਡਿਵਾਈਸਿਸ ਹੁਣ ਬਣਾਈਆਂ ਨੇ ਕਿ ਤੁਸੀਂ ਘਰ ਵੀ ਯੂਜ਼ ਕਰ ਸਕਦੇ ਹੋ। ਸੋ ਸੇਫ ਨੇ ਅਗਰ ਆਪਾਂ ਘਰ ਯੂਜ਼ ਕਰੀਏ ਤੇ ਉਹ ਤੁਹਾਡੇ ਲਈ। ਹਾਂਜੀ ਕਿ ਕਬਰਡਸ ਦੇ ਬਾਅਦ ਜਾਣੀ ਹੈ, ਮੈਂ ਦੱਸ ਦਿੰਦੀ ਹਾਂ ਕਿ ਅਸੀਂ ਛੋਟੀਆਂ ਡਿਵਾਈਸਿਸ ਵੀ ਯੂਜ਼ ਕਰ ਸਕਦੇ ਹਾਂ ਘਰ ਦੇ ਵਿੱਚ। ਸੋ ਜਿਸ ਤਰ੍ਹਾਂ ਇਹਨੂੰ ਅਸੀਂ ਇਹਦਾ ਨਾਮ ਤਾਂ ਹੈ ਲੂਮੀ ਸਪਾ, ਲੇਕਿਨ ਤੁਸੀਂ ਕਰ ਸਕਦੇ ਹੋ ਕਲੈਂਸਿੰਗ ਇਹਦੇ ਨਾਲ। ਸੋ ਇਟ ਗਿਵਸ ਯੂ ਰੋਟੇਟ ਦਾ ਹੈਡ ਹੁੰਦਾ ਵੇ। ਸੋ ਇਹਦੇ ਵਿੱਚ ਸਿਲਵਰ ਇੰਬੈਡਿਡ ਲਾਈਨਸ ਨੇ ਜੋ ਕਿ ਜਰਾਸੀਮ ਨੂੰ ਦੂਰ ਰੱਖਦੀਆਂ ਨੇ। ਇਹਦੇ 4 ਲੈਵਲਸ ਨੇ 1 2 3 4 ਤੇ 30 ਸੈਕਿੰਡਸ ਤੁਸੀਂ 30 ਸੈਕਿੰਡਸ ਮਾਥੇ ਤੇ ਚੀਕਸ ਚਿਨ ਐਂਡ ਦੈਨ ਯੂ ਗੋ ਅਰਾਊਂਡ, ਤੁਹਾਡੇ 2 ਮਿੰਟਸ ਪੂਰੇ ਹੋ ਜਾਂਦੇ ਨੇ। ਸੋ ਜਿਸ ਵਕਤ ਤੁਸੀਂ ਕਲੈਂਸਿੰਗ ਡਿਵਾਈਸ ਹੈ ਤੁਹਾਡੀ। ਸੋ ਇਹਦੇ ਨਾਲ ਤੁਸੀਂ ਯੂ نو ਸਮ ਪ੍ਰੋਡਕਟਸ ਜਿਹੜੇ ਹੁੰਦੇ ਤੁਸੀਂ ਸਟਾਰਟ ਕਰਦੇ ਹੋ ਇੱਥੋਂ ਦੀ ਸਟਾਰਟ ਕੀਤਾ ਯੂ نو ਔਰ ਯੂ ਜਸਟ ਨੀਡ ਟੂ ਤੁਸੀਂ ਇੱਥੇ ਰੱਖਣਾ 30 ਸੈਕਿੰਡਸ 30 ਇੱਥੇ ਐਂਡ ਜਸਟ ਯੂ ਡੋਨਟ ਹੈਵ ਟੂ ਮੂਵ ਕਰਨਾ, ਰੋਟੇਟ ਕਰਨਾ। ਓਕੇ ਆਈ ਵਾਸ ਥਿੰਕਿੰਗ ਓਕੇ ਸੋ ਵੀ ਗੋ straight, okay, we could go up and down, so 30 seconds each area ਨੂੰ ਦੇਣਾ, each area। ਔਰ ਅਸੀਂ ਬਾਰ ਵੱਲ ਜਾਂਦੇ ਹਾਂ ਕਿਉਂਕਿ ਸਾਡੇ ਲਿੰਫੈਟਿਕ ਨੋਡਸ ਨੇ ਇੱਥੇ, ਠੀਕ ਹੈ। ਤੇ ਅਗਰ ਤੁਹਾਡੇ ਫਲੂਇਡਸ ਜਮ੍ਹਾਂ ਹੋ ਜਾਂਦੇ ਨੇ ਨਾ, ਅਕਸਰ ਕਈ ਦਫਾ ਹੁੰਦਾ ਕਿ ਪਤਾ ਨਹੀਂ ਤੁਸੀਂ ਕੋਈ ਚੀਜ਼ ਐਸੀ ਖਾ ਲਈ ਹੈ ਕਿ ਤੁਹਾਡੇ ਪਫੀ ਆਈਜ਼ ਅਗਲੇ ਦਿਨ ਪਫੀ ਆਈਜ਼ ਹੋ ਗਏ ਨੇ, ਜਾਂ ਤੁਹਾਡੇ ਚੀਕਸ ਜ਼ਿਆਦਾ ਫਿਲ ਆਊਟ ਹੋਏ ਨੇ, ਉਹ ਤੁਹਾਨੂੰ ਲੱਗ ਰਿਹਾ ਹੈ ਫਲੂਇਡ ਰਿਟੇਨ ਹੈਲਪ ਕਰਦਾ। ਇਹ ਤੁਹਾਡਾ ਕਲੈਂਸਿੰਗ ਵੀ ਹੈ ਲੇਕਿਨ ਤੁਹਾਡਾ ਜਿਮ ਵਰਕ ਵੀ ਹੈ। ਜਿਸ ਤਰ੍ਹਾਂ ਹੁਣ ਅਸੀਂ ਜਿਮ ਜਾਂਦੇ ਹਾਂ, ਜਿਮ ਤੱਕ ਅਸੀਂ ਉਹਨਾਂ ਦੀ ਇਕਵਿਪਮੈਂਟ ਹੈ, ਅਸੀਂ ਘਰ ਬੈਠ ਕੇ ਜਦੋਂ ਵਰਜ਼ਿਸ਼ ਕਰਨੇ ਆ ਅਸੀਂ ਹੱਥਾਂ ਪੈਰਾਂ ਦੇ ਨਾਲ ਕਰਾਂਗੇ, ਬੈਠਕਾਂ ਲਾ ਲਵੋ, ਇਹ ਕਰ ਲਵੋ, ਉਹ ਕਰ ਲਵੋ, ਲੇਕਿਨ ਜਿਮ ਦੇ ਵਿੱਚ ਤੁਸੀਂ ਇਕਵਿਪਮੈਂਟ ਯੂਜ਼ ਕਰੋਗੇ। ਇਸੇ ਤਰ੍ਹਾਂ ਇਹ ਵੇ ਕਿ ਵੈਸੇ ਤਾਂ ਘਰ ਬੈਠੇ ਤੁਸੀਂ, ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ ਕਲੈਂਸ ਵਗੈਰਾ ਕਰ ਸਕਨੇ ਹਾਂ ਜੀ, ਬਟ ਅਗਰ ਤੁਹਾਡੇ ਬਜਟ ਦੇ ਮੁਤਾਬਿਕ ਅਗਰ ਤੁਸੀਂ ਛੋਟੀਆਂ ਡਿਵਾਈਸਿਸ ਲੈ ਸਕਦੇ ਹੋ ਜੋ ਕਿ ਤੁਹਾਨੂੰ ਪਤਾ ਕਿ ਅੱਛੀ ਰੈਪੂਟੇਸ਼ਨ ਵੀ ਰੱਖਦੀਆਂ ਨੇ, ਇਹਨਾਂ ਦੇ ਰਿਵਿਊਜ਼ ਵੀ ਅੱਛੇ ਨੇ। ਇਹ ਮੈਂ ਕਦੀ ਵੀ ਕਿਸੇ ਆਪਣੇ ਵਿਊਅਰਸ ਨੂੰ ਨਹੀਂ ਕਹਾਂਗੀ ਕਿ ਤੁਸੀਂ ਸਿਰਫ ਜੋ ਕਹਿ ਲਵੋ ਕਿ ਕੋਈ ਪ੍ਰੈਜ਼ੈਂਟ ਕਰ ਰਿਹਾ ਵੇ ਤੇ ਤੁਸੀਂ ਫਟਾਫਟ ਖਰੀਦ ਲਵੋ। ਤੁਸੀਂ ਆਪਣਾ ਹੋਮਵਰਕ ਥੋੜ੍ਹਾ ਕਰੋ। ਹੁਣ ਤੇ ਇੰਟਰਨੈਟ ਸਾਡੇ ਕੋਲ ਹੈਗਾ ਵੇ, ਹਰ ਚੀਜ਼ ਤੁਸੀਂ 2-3 ਬਟਨ ਦਬਾਓ ਔਰ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ। ਜੀ ਹਾਂ ਜੀ, ਰਿਵਿਊ ਦੇਖ ਕੇ ਤੁਸੀਂ ਲੈ ਸਕਦੇ ਹੋ ਪ੍ਰੋਡਕਟਸ ਅਗਰ ਤੁਸੀਂ ਲੈਣਾ ਹੋਏ ਤੇ ਉਹਦੇ ਵਿੱਚ ਇਹ ਹੁੰਦਾ ਕਈ ਵਾਰੀ ਤੁਸੀਂ ਜਦੋਂ ਰਿਵਿਊ ਦੇਖਦੇ ਹੋ ਉਹਦੇ ਵਿੱਚ ਮੈਨੀ ਪ੍ਰੋਡਕਟਸ ਆਉਂਦੇ ਆ ਜਿੱਦਾਂ ਕਿ ਇਹਨਾਂ ਨੇ ਦੱਸਿਆ, ਉਹਦੇ ਵਿੱਚ ਤੁਸੀਂ ਚੂਜ਼ ਕਰ ਸਕਦੇ ਹੋ ਆਪਣੇ ਬਜਟ ਦੇ ਹਿਸਾਬ ਦੇ ਨਾਲ ਕਿ ਕਿਸ ਤਰੀਕੇ ਦਾ ਬਜਟ ਤੁਹਾਡੇ ਕੋਲ ਹੈ ਤੇ ਕਿਹੜੀ ਟੈਕਨੀਕਸ ਤੁਸੀਂ ਆਪਣੇ ਫੇਸ ਤੇ ਜਾਂ ਹੋਰ ਕਿਸੇ ਪਾਰਟ ਆਫ ਦਾ ਬਾਡੀ ਯੂਜ਼ ਕਰਨਾ ਚਾਹੁੰਦੇ ਹੋ ਤੇ ਉਹਦੇ ਹਿਸਾਬ ਦੇ ਨਾਲ ਮੈਨੇਜਿੰਗ ਮਨੀ ਵੀ ਹੋ ਜਾਂਦਾ ਤੁਹਾਡਾ ਤੇ ਰਾਈਟ ਪ੍ਰੋਡਕਟ ਵੀ ਤੁਸੀਂ ਲੈ ਸਕਦੇ ਹੈਗੇ ਹੋ। ਸੋ ਇਹ ਚੱਲਾਂਗੇ ਕਿ ਇਹਦੇ ਨਾਲ ਕੋਈ ਚੀਜ਼ ਵੀ ਯੂਜ਼ ਕਰਨੀ ਹੁੰਦੀ ਹੈ ਜਿਹੜੀ ਕੰਪਨੀ, ਅਗਰ ਤੁਸੀਂ ਕੰਪਨੀਆਂ ਦੀ ਡਿਵਾਈਸਿਸ ਲੈ ਰਹੇ ਹੋ ਉਹ ਰეკਮੈਂਡ ਆਪਣੇ ਹੀ ਪ੍ਰੋਡਕਟਸ ਕਰਨ ਦੇ ਕਿ ਤੁਸੀਂ ਕਲੈਂਸਿੰਗ ਲੋਸ਼ਨ ਨਾਲ ਤੁਸੀਂ ਲਾਵੋ, ਥੋੜਾ ਜਿਹਾ ਇੱਕ 5 ਪੈਂਸ ਪੀਸ ਤੁਸੀਂ ਉੱਤੇ ਡਾਇਲ ਦੇ ਉੱਤੇ ਰੱਖਣਾ ਵੇ ਔਰ ਤੁਸੀਂ ਉਹਨੂੰ ਡਿਵਾਈਡ ਕਰ ਲੈਣਾ ਵੇ ਔਰ ਇਸੇ ਤਰ੍ਹਾਂ ਰੂਟੀਨ। ਅਗਰ ਇਨਫੋਰਮੇਸ਼ਨ ਮੈਂ ਜਿਹਨਾਂ ਨੂੰ ਜ਼ਿਆਦਾ ਚਾਹੀਦੀ ਹੈ ਉਹ ਮੈਂ ਬਾਅਦ ਵਿੱਚ ਵੀ ਤੁਹਾਨੂੰ ਦੇ ਸਕਦੀ ਹਾਂ ਤੇ ਰਾਬਤਾ ਕਰਕੇ ਮੈਂ ਉਹਨਾਂ ਨੂੰ ਇਨਫੋਰਮੇਸ਼ਨ ਮੋਰ ਦੇ ਸਕਦੀ ਹਾਂ। ਲੇਕਿਨ ਦੂਸਰੀ ਮਸ਼ੀਨਸ ਕਿਹੜੀਆਂ ਦੋ ਨੇ, ਇੱਕ ਹੈ ਫੇਸ ਦੀ ਹੈ ਤੇ ਦੂਸਰੀ ਇਹ ਵਾਲੀ ਬਾਡੀ ਦੀ ਹੈ। ਇਸੇ ਤਰ੍ਹਾਂ ਬਲਬੀਰ ਜੀ ਕਿ ਇਹਨਾਂ ਦੇ ਨਾਲ ਉਹਨਾਂ ਦੀ ਕੰਪਨੀਜ਼ ਦੀ ਜੈਲਸ ਐਂਡ ਲੋਸ਼ਨਸ ਨੇ ਜੋ ਕਿ ਤੁਸੀਂ ਇਹਨਾਂ ਦੇ ਨਾਲ ਲਾਉਂਦੇ ਨੇ। ਸੋ ਇਹਨਾਂ ਦੇ ਪ੍ਰੋਡਕਟਸ ਦਾ ਜਿੱਦਾਂ ਕੰਪਨੀ ਦਾ ਨਾਮ ਨਾ ਮੈਂਸ਼ਨ ਕਰਦੇ, ਪ੍ਰੋਡਕਟਸ ਨੂੰ ਕੀ ਕਹਾਂਗੇ? ਈਜ਼ੀ ਮਸਾਜਰ ਕਿਸ ਟਾਈਪ ਦੇ ਪ੍ਰੋਡਕਟਸ ਨੇ? ਜੋ ਕਿ ਫੇਸ ਵਾਸਤੇ ਨੇ ਉਹਨਾਂ ਨੇ ਐਂਪਿਊਲਸ ਦਿੱਤੇ ਹੋਏ ਨੇ ਜੋ ਕਿ ਸੀਰਮਸ ਨੇ।
ओके दो समझ लो ए लो कैप्सूल अगर ਇਹ ਚਿੱਟਾ कैप्सूल है ਇਹ ਤੁਹਾਡੀ ਡਰਟ ਸਾਡੀ ਸਕਿਨ ਦੀ ਡਰਟ ਲੈ ਕੇ ਆਉਂਦਾ ਸਰਫੇਸ ਦੇ ਉੱਤੇ ਉਹ ਤੁਹਾਨੂੰ ਕਲੀਅਰੈਂਸ ਐਂਡ ਕਲੈਂਸਿੰਗ ਡੀਪ ਕਲੈਂਸਿੰਗ ਦਿੰਦਾ ਵੇ ਐਕਸਫੋਲੀਏਸ਼ਨ ਸੈਪਰੇਟਲੀ ਕਰਨ ਦੀ ਲੋੜ ਵੀ ਨਹੀਂ ਹੈ ਇਹ ਉਹੀ ਕਰ ਦੇਗਾ ਤੇ ਇਹਨਾਂ ਦੇ ਕਿਹੜਾ ਡਿਵਾਈਸ ਹੈਗਾ ਵੇ ਇਹ ਦਿੰਦਾ ਵੇ ਗੈਲਵੈਨਿਕ ਟੈਕਨੋਲੋਜੀ ਕਰੰਟ ਸੋ ਗੈਲਵੈਨਿਕ ਸੋ ਉਹਦੇ ਨਾਲ ਕੀ ਫਰਕ ਪੈਂਦਾ ਹੈ ਜਿਹੜਾ ਕਰੰਟ ਇਹ ਤੁਹਾਡਾ ਕਿਹੜਾ ਪਹਿਲਾ ਲੈਵਲ ਹੈ ਉਹ ਤੁਹਾਡੀ ਡੀਪ ਕਲੈਂਸਿੰਗ ਐਂਡ ਐਕਸਫੋਲੀਏਸ਼ਨ ਤੁਹਾਡੀ ਹੋ ਜਾਂਦੀ ਹੈ ਜੋ ਦੂਸਰਾ ਕੈਪਸੂਲ ਹੈ ਜੋ ਕਿ ਨੀਲਾ ਵਾਲਾ ਵੇ ਇਹਦੇ ਵਿੱਚ ਵਿਟਾਮਿਨਸ ਵੀ ਨੇ ਜੋ ਕਿ ਅਸੀਂ ਪੁਸ਼ ਡਾਊਨ ਕਰ ਰਹੇ ਹਾਂ ਸੋ ਇਹਦੇ ਵਿੱਚ ਸਾਰੇ ਨੰਬਰ ਹੈ ਨੇ ਡਿਜਿਟਸ ਨੇ ਅਗੇਨ ਜੇ ਅਗਰ ਕਿਸੇ ਵਿਊਅਰ ਨੂੰ ਮੋਰ ਇਨਫੋਰਮੇਸ਼ਨ ਚਾਹੀਦੀ ਹੈ ਆਈ ਕੈਨ ਡੂ ਅ ਪ੍ਰੋਪਰ ਕੰਸਲਟੇਸ਼ਨ ਵਿਦ them ਐਂਡ ਦੈਨ ਆਈ ਕੈਨ ਐਡਵਾਈਜ਼ them ਕਿ ਕਿਹੜੀਆਂ ਡਿਵਾਈਸਿਸ ਤੁਸੀਂ ਲੈ ਸਕਦੇ ਹੋ ਔਰ FDA ਅਪਰੂਵਡ ਨੇ ਕਾਫੀ ਸਾਰੀ ਤੁਹਾਨੂੰ ਬਾਹਰ ਮਿਲਣ ਦੀਆਂ ਗੈਜਟਸ ਜੋ ਕਿ FDA ਅਪਰੂਵਡ ਨਹੀਂ ਨੇ 30-40 ਪਾਉਂਡਸ ਵਿੱਚ ਵੀ ਮਿਲ ਜਾਂਦੀਆਂ ਨੇ ਲੇਕਿਨ ਕੀ ਉਹ ਕੰਮ ਕਰਦੀਆਂ ਨੇ ਜੋ ਤੁਸੀਂ ਚਾਹੁੰਦੇ ਹੋ ਨਹੀਂ ਤਾਂ ਕਈ ਵਾਰੀ ਹੁੰਦਾ ਬੁਸ਼ਰਾ ਹੈ ਵੀ ਕਿ ਅਸੀਂ ਪ੍ਰੋਡਕਟਸ ਲੈ ਲੈਂਦੇ ਹਾਂ ਸਸਤਾ ਸਮਝ ਕੇ ਜਾਂ ਕਿ ਵੀ ਚਲੋ ਠੀਕ ਹੈ ਹਨਾ ਫਿਰ ਤੁਹਾਨੂੰ 2 ਹੋਰ ਪ੍ਰੋਡਕਟਸ ਉਹਦੇ ਨਾਲ ਲੈਣੇ ਪੈ ਜਾਂਦੇ ਐਸਾ ਹੀ ਹੁੰਦਾ ਹੈ ਤੇ ਫਿਰ ਉਹਦੇ ਨਾਲ ਜਿਹੜੇ ਦੂਸਰਾ ਸਿਸਟਮ ਹੁੰਦਾ ਕਿ ਉਹ ਵਰਕਆਊਟ ਨਹੀਂ ਹੁੰਦੇ ਸੋ ਜਿਹਦਾ ਤੁਸੀਂ ਕਹਿ ਰਹੇ ਸੀ ਕੰਸਲਟੇਸ਼ਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਜਦੋਂ ਤੁਸੀਂ ਕਿਸੇ ਕੋਲ ਕੰਸਲਟੇਸ਼ਨ ਲੈ ਕੇ ਵੀ ਮੈਂ ਆਪਣੇ ਫੇਸ ਤੇ ਜਾਂ ਆਪਣੀ ਬੋਡੀ ਤੇ ਇਹ ਇੰਪਰੂਵਮੈਂਟ ਦੇਖਣਾ ਚਾਹੁੰਦੀ ਹਾਂ ਤੇ ਉਹਦੇ ਲਈ ਮੇਰੇ ਲਈ ਕੀ ਬਿਹਤਰ ਹੈਗਾ ਕਿਹੜੀ ਟ੍ਰੀਟਮੈਂਟ ਠੀਕ ਰਹੇਗੀ ਜਾਂ ਕਿਹੜਾ ਪ੍ਰੋਡਕਟ ਜਿਹੜਾ ਉਹ ਮੇਰੇ ਲਈ ਵਧੀਆ ਰਹੂਗਾ ਇਹ ਕਹਿ ਲਵੋ ਕਿ ਐਂਟੀ ਏਜਿੰਗ ਵਾਸਤੇ ਤੁਸੀਂ ਕਹਿ ਸਕਦੇ ਹੋ ਆਫਟਰ 30-35 ਕਹਿ ਸਕਦੇ ਹੋ ਕਿ ਚੇਂਜਸ ਆਉਂਦੀਆਂ ਨੇ ਲੇਕਿਨ ਹੁਣ ਬਲਬੀਰ ਜੀ ਮਜ਼ੇ ਦੀ ਗੱਲ ਹੈ ਕਿ ਅਸੀਂ ਸਿਰਫ ਖੁਆਤੀਨ ਨਹੀਂ ਕਰਦੀਆਂ ਹੁਣ ਸਾਡੇ ਘਰੇ ਜੋ ਮਰਦ ਹਜ਼ਰਾਤ ਨੇ ਉਹ ਵੀ ਇਹ ਚੀਜ਼ਾਂ ਯੂਜ਼ ਕਰਦੇ ਨੇ ਕਰਨਾ ਵੀ ਚਾਹੀਦਾ ਆਈ ਥਿੰਕ ਹੈ ਨਾ ਕਿਉਂਕਿ ਇਟਸ ਇੱਕ ਕਿਸਮ ਦੀ ਤੁਹਾਡੀ ਸੈਲਫ ਗਰੂਮਿੰਗ ਹੈ ਜੋ ਕਿ ਮਤਲਬ ਇੱਕ ਜ਼ਮਾਨੇ 'ਚ ਹੁੰਦਾ ਸੀ ਕਿਤੇ ਮਰਦ ਜਾ ਕੇ ਪੈਡੀਕਿਉਰ ਮੈਨੀਕਿਉਰ ਵਗੈਰਾ ਕਰਵਾਉਂਦੇ ਸੀ ਲੇਕਿਨ ਮੈਂ ਆਪਣਾ ਜਦੋਂ ਕਲੀਨਿਕ ਖੋਲ੍ਹਿਆ ਮੇਰੀ ਨੌਲੇਜ ਵਿੱਚ ਇਜ਼ਾਫਾ ਹੋਇਆ ਕਿ ਨਹੀਂ ਇਹ ਸਿਰਫ ਖਵਾਤੀਨ ਨਹੀਂ ਕਰਦੀਆਂ ਮਰਦ ਹਜ਼ਰਾਤ ਨੂੰ ਵੀ ਮਤਲਬ ਬਲਕਿ ਅੱਛੀ ਗੱਲ ਹੈ ਜੀ ਆਈ ਥਿੰਕ ਇੰਪੋਰਟੈਂਟ ਵੀ ਹੈਗਾ ਬੁਸ਼ਰਾ ਕਿਉਂਕਿ ਜਿੱਦਾਂ ਇੱਕ ਔਰਤ ਸੋਹਣਾ ਦਿਖਣਾ ਚਾਹੁੰਦੀ ਹੈ ਉਦਾਂ ਹੀ ਮਰਦ ਵੀ ਚਾਹੁੰਦਾ ਵੀ ਮੈਂ ਵੀ ਸੋਹਣਾ ਦੇਖਾਂ ਹੈ ਨਾ ਨਾਲੇ ਨਹੀਂ ਉਹ ਹੈਗਾ ਕਿ ਆਪਣੇ ਜਿਹੜੇ ਆਈ ਥਿੰਕ ਆਪਣੇ ਏਸ਼ੀਅਨ ਲੋਕ ਹੈ ਨਾ ਥੋੜਾ ਜਿਹਾ ਹਜੇ ਬੈਕਵਰਡ ਰਹਿੰਦੇ ਆ ਵੀ ਹਜੇ ਫੇਸ ਮਾਸਕ ਲਗਾਏ ਹੋਏ ਏਸ਼ੀਅਨ ਬੰਦੇ ਨੂੰ ਨਹੀਂ ਦੇਖਦੇ ਇੰਨਾ ਵੀ ਆਲਵੇਜ਼ ਸੀ ਵੀਮੈਨ ਕਿ ਹਾਂ ਬਹੁਤ ਮੇਕਅਪ ਕਰਦੇ ਆ ਜਾਂ ਸਰਟਨ ਥਿੰਗਸ ਹਜੇ ਵੀ ਜਿਹੜਾ ਮੈਨਸ ਦਾ ਹਜੇ ਇੰਨੇ ਪ੍ਰੋਡਕਟਸ ਉਹ ਆ ਕੇ ਸਾਹਮਣੇ ਜ਼ਾਹਿਰ ਵੀ ਨਹੀਂ ਕਰਦੇ ਵੀ ਅਸੀਂ ਪ੍ਰੋਡਕਟਸ ਯੂਜ਼ ਕਰ ਰਹੇ ਹਾਂ ਜਦ ਤੱਕ ਕਾਰਡ ਵੀ ਆਈ think sometime they use a face mask or something they will hide bathroom ਚ ਜਾ ਕੇ they will hide themselves ਜਦੋਂ ਆਣਗੇ ਹੈ ਨਾ oh you look better ਹੈ ਨਾ ਪਰ ਦੱਸਣਗੇ ਨਹੀਂ ਤੁਸੀਂ ਯਕੀਨ ਕਰੋ ਮੇਰਾ ਬੱਚਾ ਹੁਣ ਜਵਾਨ ਹੋ ਰਿਹਾ ਵੇ ਉਹਦੇ ਕੋਲ ਅਗਰ he has some breakouts ਤੇ ਮੈਂ ਉਹਨੂੰ ਦੱਸਣੀ ਹੈ ਇਹ ਵਾਲਾ ਮਾਸਕ ਯੂਜ਼ ਕਰ ਲੈ and he will say mom we don't and I say yes you do it's okay this one this one is a galvanic body one okay तो ਇਹ ਵਾਲੇ ਕਿਹੜੀ ਬੋਡੀ ਹੈ ਇਹਦਾ ਫੇਸ ਵੀ ਤੁਸੀਂ ਵੇਖ ਸਕਦੇ ਹੋ ਕਿ ਸਰਫੇਸ ਇਹਦਾ ਕਾਫੀ ਵੱਡਾ ਵੇ ਬਿਕੋਜ਼ ਵੀ ਗੋਇੰ ਟੂ ਯੂਜ਼ ਐਟ ਦ ਬੋਡੀ ਸਰਫੇਸ ਵੀ ਜ਼ਿਆਦਾ ਕਵਰ ਕਰੇਗਾ okay so but again so ਪੂਰਾ ਤੁਹਾਡੇ ਹੈਂਡ ਜਿੰਨਾ ਹੈ ਨਾ ਲਾਈਕ ਫੁੱਲ ਜਿੱਦਾਂ ਆਪਣਾ ਵੀ ਕੈਨ ਸੇ ਜਿੱਦਾਂ ਸਪੰਜ ਆਪਾਂ ਯੂਜ਼ ਕਰਦੇ ਆ ਹੈ ਨਾ ਬਾਥ ਸਪੰਜ ਇਟਸ ਫੁੱਲ ਸਾਈਜ਼ ਆਫ ਦੈਟ ਇਸੇ ਤਰ੍ਹਾਂ ਇਹਨਾਂ ਦਾ ਆਪਣਾ ਵੇ ਜੈਲ ਕਿ ਇਹ ਵਾਲੀ ਜੈਲ ਕਿਹੜੀ ਪੈਨੇਟ੍ਰੇਟ ਹੁੰਦੀ ਹੈ ਸਕਿਨ ਦੇ ਵਿੱਚ ਜੋ ਕਿ ਫੈਟ ਨੂੰ ਔਰ ਸੈਲੂਲਾਈਟ ਅਪੀਅਰੈਂਸ ਨੂੰ ਬਿਹਤਰ ਕਰਦੀ ਹੈ ਆਰ ਦੇ ਹੈਵੀ ਲੈਟ ਮੀ ਸੀ ਇਫ ਇਜ਼ No, it's light actually because ਦੇਖਣ ਚ ਲੱਗਦਾ ਕਿ ਕਾਫੀ ਜਿੱਦਾਂ ਹਾਰਡ ਹੋਏਗਾ ਇਟਸ ਲਾਈਕ ਅ ਸੋਪ ਬਾਰ ਤੁਸੀਂ ਯਕੀਨ ਕਰੋਗੇ ਇਸ ਪ੍ਰੋਡਕਟਸ ਇਸ ਕੰਪਨੀ ਦੇ ਅਕ੍ਰੋਸ ਮੈਂ ਆਈ ਸੀ ਅਰਾਊਂਡ ਅਬਾਊਟ 3.5 years ਹੋ ਗਏ ਨੇ ਐਂਡ ਮੈਂ ਸੋਚਿਆ ਪਹਿਲੇ ਐਂਡ ਆਲ ਬੀ ਵੈਰੀ ਓਨੈਸਟ ਵਿਦ ਯੂ ਮੈਂ ਸੋਚਿਆ ਕਿ ਮੈਂ ਇੰਨੀ ਮਹਿੰਗੀਆਂ ਮਸ਼ੀਨਾਂ ਮੈਂ ਆਪ ਰੱਖੀ ਹੋਈਆਂ ਨੇ ਕਲੀਨਿਕ ਵਾਸਤੇ ਮੈਂ ਛੋਟੀ ਕੰਪਨੀ ਨੂੰ ਨਾਲ ਕਿਉਂ ਰੱਖਾਂਗੀ ਐਂਡ ਉਹ ਵੀ ਮੇਰੇ ਕਲਾਇੰਟਸ ਮੇਰੇ ਕੋਲ ਨਾ ਆਉਣ ਬਟ ਟੂ ਬੀ ਓਨੈਸਟ ਮੈਂ ਫਿਰ ਆਪਣੀ ਥਿੰਕਿੰਗ ਸਵਿਚ ਕੀਤੀ ਬਿਕੋਜ਼ ਤੁਸੀਂ ਇੱਥੋਂ ਵੇਖੋ ਬਲਬੀਰ ਜੀ ਕਿ ਅਗਰ ਤੁਸੀਂ ਮੇਰੇ ਸੈਲੂਨ ਵਿੱਚ ਆਏ ਹੋ ਮੈਂ ਤੁਹਾਨੂੰ ਇੱਕ ਟ੍ਰੀਟਮੈਂਟ ਦਿੱਤੀ ਹੈ ਔਰ ਤੁਹਾਡਾ ਬਜਟ ਵੀ ਹੈ ਕਿ ਮੈਂ ਮਹੀਨੇ 'ਚ ਇੱਕ ਵਾਰੀ ਜਾ ਕੇ ਕਰਵਾਉਣਾ ਜੀ ਲੇਕਿਨ ਉਹ ਮੇਰਾ 30% ਹੋ ਗਿਆ ਮੈਂ ਤੁਹਾਨੂੰ 30% ਦੀ ਟ੍ਰੀਟਮੈਂਟ ਕਰਕੇ ਦਿੱਤੀ ਹੈ ਉਹ 70% ਕਿਹੜਾ ਬਾਕੀ ਦਾ ਰਹਿੰਦਾ ਉਹ ਤੇ ਹੋਮ ਕੇਅਰ ਹੀ ਹੋਏਗਾ ਨਾ
ਦੈਟਸ ਟਰੂ ਜਿਹਦੇ ਬਾਰੇ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਹੋਮ ਕੇਅਰ ਜਿਹੜੀ ਹੈਗੀ ਇਜ਼ ਮੋਰ ਇੰਪੋਰਟੈਂਟ, ਪ੍ਰੋਡਕਟ ਇਜ਼ ਇੰਪੋਰਟੈਂਟ, ਪਰ ਜਿਹੜੇ ਆਪਣੀ ਅੰਦਰੋਂ ਐਂਡ ਬਾਹਰੋਂ ਜਿਹੜਾ ਸੋਹਣਾ ਲੱਗਣਾ ਮਹਿਸੂਸ ਕਰਨਾ ਐਂਡ ਸਪੈਸ਼ਲੀ ਇਸ ਟਾਈਮ ਦੇ ਵਿੱਚ ਇਜ਼ ਵੈਰੀ ਵੈਰੀ ਇੰਪੋਰਟੈਂਟ ਇਜ਼ ਇਟ ਬੁਸ਼ਰਾ। ਇਮੋਸ਼ਨਲੀ ਤੁਸੀਂ ਆਪਣੇ ਆਪ ਨੂੰ ਬਿਲਡ ਕਰਨਾ। ਜੀ ਹਾਂ, ਹੁਣ ਕਰੋਨਾ ਵਾਇਰਸ ਦਾ ਟਾਈਮ ਚੱਲ ਰਿਹਾ, ਬਾਏ ਦਾ ਟਾਈਮ ਜਦੋਂ ਕਰੋਨਾ ਵਾਇਰਸ ਫਿਨਿਸ਼ ਹੋਏ, ਜਦੋਂ ਅਸੀਂ ਬੈਕ ਟੂ ਨੋਰਮਲ, ਪੀਪਲ ਵਿਲ ਸਰਪ੍ਰਾਈਜ਼। I know, Isn't it? sometimes ਇੱਕ ਉੱਤੇ ਵਾਲੇ ਨੇ ਨਾ ਠਹਿਰਾਉ ਲੈ ਆਇਆ ਜੀ ਸਾਡੇ ਇਰਦ ਗਿਰਦ। I think it's time to actually reset our minds, rethink ਕਿ ਅਸੀਂ ਕਿਸ ਤਰ੍ਹਾਂ ਚੱਲ ਰਹੇ ਹਾਂ। Sometimes including myself that I have lived a very workaholic life। ਮੈਂ ਹੁਣ ਸੋਚਨੀ ਹਾਂ ਕਿ ਮੈਨੂੰ ਕੀ ਉਹ 15-16 ਘੰਟੇ ਦਿਨ ਦੇ ਕੰਮ ਕਰਨੇ ਨੇ ਜਾਂ ਮੈਂ ਆਪਣੀ ਲਾਈਫ ਬਿਹਤਰ ਕਰਨੀ ਹੈ। ਕਰੋਨਾ ਨੇ ਆ ਕੇ ਕੁਝ ਤੇ ਸਮਝਾ ਦਿੱਤਾ, ਬਹੁਤ ਕੁਝ ਸਮਝਾ ਦਿੱਤਾ। ਮੈਂ ਕਹਾਂਗੀ ਕਿ ਇੱਕ ਲਾਈਫ ਜਿਹੜੀ ਸਾਡੀ ਸੀ ਨਾ ਠਹਿਰਾਵ 'ਚ ਆ ਗਈ ਹੈ। ਇਹ ਮੈਂ ਗੱਲ ਤੁਹਾਡੇ ਨਾਲ ਐਗਰੀ ਹੈਗੀ ਹਾਂ ਕਿ ਵੀ ਸਟਾਰਟ ਥਿੰਕਿੰਗ ਅਬਾਊਟ ਆਵਰ ਸੈਲਫ। ਆਪਣੇ ਪਿਆਰਿਆਂ ਦੇ ਨਾਲ ਅਸੀਂ ਗੱਲਬਾਤ ਜ਼ਿਆਦਾ ਕਰਨ ਲੱਗ ਗਿਆ। ਵੇਅਰਜ਼ ਵੀ ਯੂਜ਼ਡ ਟੂ ਹੈਵ ਸਾਰਾ ਦਿਨ ਕੰਮ ਤੇ ਰਹਿਣਾ, ਵੀ ਡਿਡਨਟ ਹੈਡ ਟਾਈਮ। ਮੇਰੇ ਕੋਲ ਤਾਂ ਟਾਈਮ ਨਹੀਂ ਹੈ। ਜਿਹੜੇ ਬਿਜ਼ਨਸਮੈਨ ਸੀਗੇ ਆਪਣੇ ਘਰ ਨਹੀਂ ਆਉਂਦੇ ਸੀਗੇ, ਦੇ ਡਿਡਨਟ ਹੈਡ ਅ ਟਾਈਮ, ਬਟ ਹੁਣ ਉਹਨਾਂ ਕੋਲ ਟਾਈਮ ਹੀ ਟਾਈਮ ਹੈ। ਦੇ ਗੋਟ ਟਾਈਮ ਐਂਡ ਇਟਸ ਗੁੱਡ ਟਾਈਮ, ਕੁਆਲਿਟੀ ਟਾਈਮ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਆਪਣੇ ਬੱਚਿਆਂ ਦੇ ਨਾਲ ਜਾਂ ਫੈਮਿਲੀ ਦੇ ਨਾਲ ਜਾਂ ਪੇਰੈਂਟਸ ਦੇ ਨਾਲ ਸਪੈਂਡ ਕਰ ਰਹੇ ਹਾਂ। ਐਂਡ ਇੱਕ ਜਿਹੜੀ ਕਈਆਂ ਨੇ ਡੈਥ ਵੀ ਦੇਖੀ ਹੈ ਐਂਡ ਵੀ ਆਰ ਸੋ ਕਲੋਜ਼ ਕਿ ਲਾਈਫ ਜਿਹੜੀ ਹੈਗੀ ਬਹੁਤ ਛੋਟੀ ਹੈਗੀ ਹੈ ਐਂਡ ਮੇਕ ਦ ਮੋਸਟ ਆਫ ਇਟ। ਸੋ ਟਰੂ। ਸੋ ਇਸੇ ਲਈ ਹੁਣ ਹੋਰ ਜਾਣਕਾਰੀ ਤੁਹਾਡੇ ਕੋਲ ਲੈਂਦੇ ਹਾਂ ਵੀ ਹੋਰ ਪ੍ਰੋਡਕਟਸ ਕਿੱਦਾਂ ਸੀ ਆਪਣੇ ਆਪ ਨੂੰ ਬੈਟਰ ਬਣਾਉਣਾ ਹੈਗਾ। ਸੋ ਤੁਸੀਂ ਤੁਹਾਡੇ ਖਿਆਲ ਦੇ ਵਿੱਚ ਜਿਹੜੀ ਲੇਡੀਜ਼ ਜਾਂ ਮੈਨਸ ਤੁਹਾਡੇ ਕੋਲ ਆਉਂਦੇ ਨੇ ਬੁਸ਼ਰਾ, ਕਿਹੜੀ ਟ੍ਰੀਟਮੈਂਟ ਤੁਹਾਡੇ ਲੱਗਦਾ ਵੀ ਜ਼ਿਆਦਾ ਪੋਪੂਲਰ ਹੈਗੀ ਹੈ? ਪੋਪੂਲਰ ਮੇਰੇ ਖਿਆਲ ਵਿੱਚ 3-4 ਟ੍ਰੀਟਮੈਂਟਸ ਬਹੁਤ ਜ਼ਿਆਦਾ ਪੋਪੂਲਰ ਨੇ। ਇੱਕ ਤੇ ਹੇਅਰ ਰਿਮੂਵਲ ਬਹੁਤ ਜ਼ਿਆਦਾ ਪੋਪੂਲਰ ਹੈ, ਮੈਨ ਵਿੱਚ ਵੀ ਐਂਡ ਲੇਡੀਜ਼ ਦੇ ਵਿੱਚ ਵੀ। ਐਂਡ ਉਹਨਾਂ ਦਾ ਇੱਕ ਮੇਨਟੇਨੈਂਸ ਵੀ ਚੱਲਦਾ ਵੇ ਜਿਸ ਤਰ੍ਹਾਂ ਦੂਸਰੇ ਟ੍ਰੀਟਮੈਂਟਸ ਦਾ ਚੱਲਦਾ ਹੈ। ਸੈਕੰਡਲੀ ਆਈ ਵੁੱਡ ਸੇ ਹਾਈਡਰੇਸ਼ਨ ਫੇਸ਼ੀਅਲ ਨਿਕਲੇ ਹੋਏ ਨੇ which have been very popular for the past year and a half, nearly 2 years ਕਹਿ ਸਕਦੇ ਹੋ। ਹਾਈਡਰੇਸ਼ਨ ਫੇਸ਼ੀਅਲ ਤੁਹਾਡਾ ਲੋਕੀ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਔਰ ਥਰਡਲੀ ਆਈ ਵੁੱਡ ਸੇ ਪ੍ਰੋਬਲਮੈਟਿਕ ਸਕਿਨ ਐਂਡ ਐਕਚੁਅਲੀ no, fourthly ਹੈ ਐਂਟੀ ਏਜਿੰਗ। ਐਂਟੀ ਏਜਿੰਗ, nobody wants to look old, ਹੈ ਨਾ। ਪਤਾ ਮੈਂ ਕੀ ਕਹਿੰਦੀ ਹਾਂ ਬਲਬੀਰ ਜੀ, ਕਿ there's nothing wrong to be old, but to grow old gracefully is the key। ਜਿਹੜੀ ਵੀ ਉਮਰ ਹੋਏ ਉਹਨੂੰ ਆਪਣੇ ਆਪ 'ਚ ਖੁਸ਼ ਮਹਿਸੂਸ ਕਰੋ। ਭਾਵੇਂ ਤੁਸੀਂ 16 ਸਾਲਾਂ ਦੇ ਹੋ ਜਾਂ 36 ਸਾਲਾਂ ਦੇ ਜਾਂ 60 ਸਾਲਾਂ ਦੇ 80। ਆਪਣੀ ਉਮਰ ਦੇ ਹਿਸਾਬ ਨਾਲ ਅਗਰ ਉਹ ਬੰਦਾ ਖੂਬਸੂਰਤ ਲੱਗ ਰਿਹਾ ਤੇ ਲਾਈ ਜਵਾਬ ਹੈ, ਜ਼ਬਰਦਸਤ। ਆਈ ਥਿੰਕ ਬੁਸ਼ਰਾ ਇੱਕ ਗੱਲ ਮੈਂ ਦੇਖੀ ਆ ਨਾ ਕਿ ਆਪਣੇ ਜਿਹੜੀ ਏਸ਼ੀਅਨ ਲੇਡੀਜ਼ ਨੇ ਬਹੁਤ ਬੈਕਅਪ ਹੋ ਜਾਂਦੇ ਜਦੋਂ ਬਜ਼ੁਰਗ ਹੋਣ ਲੱਗਦੇ ਆ। ਡੋਂਟ ਯੂ ਥਿੰਕ ਆਫਟਰ 60 ਤੇ ਇੱਕ ਠਹਿਰਾਵ ਜਿਹਾ ਆ ਜਾਂਦਾ ਹੈ। ਵੈਰੀ ਲੈਸ ਵੂਮਨ ਜਿਹੜੀਆਂ ਹੁੰਦੀਆਂ ਦੇ ਡੂ ਮੇਕਅਪ ਲੁੱਕ ਗੁੱਡ, ਵੇਅਰਜ਼ ਮੈਂ ਦੇਖਿਆ ਕਿ ਗੋਰੀਆਂ ਜਿਹੜੀਆਂ ਹੁੰਦੀਆਂ ਹੈ ਨਾ, ਨੋਟ ਬੀਇੰਗ ਰਾਈਸਿਸਟ, ਪਰ ਉਹ ਆਪਣੇ ਆਪ 'ਚ ਬਹੁਤ ਧਿਆਨ ਰੱਖਦੀਆਂ, ਲਿਪਸਟਿਕ ਵਗੈਰਾ ਮੇਕਅਪ ਕਰਕੇ, ਹੇਅਰ ਕਰਨਾ ਵੀ ਚਾਹੀਦਾ ਐਂਡ ਦੇ ਲੁੱਕ ਗੁੱਡ। ਸਾਨੂੰ ਉਹਨਾਂ ਦੇ ਕੋਲੋਂ ਸਿੱਖਣਾ ਚਾਹੀਦਾ, ਕਿਉਂਕਿ ਜਦੋਂ ਅਸੀਂ ਆਪਣੇ ਆਪ ਨੂੰ ਐਨਹਾਂਸਮੈਂਟ ਦਿੰਦੇ ਹਾਂ, ਵੀ ਫੀਲ ਗੁੱਡ ਐਂਡ ਮੈਂਟਲੀ ਵੀ ਸਟਿਲ ਸਟੇ ਯੰਗਰ। ਤੋ ਮੈਂ ਕਹਾਂਗੀ ਕਿ ਡੈਫੀਨਿਟਲੀ ਉਹਨਾਂ ਦੀ ਕਿਹੜੀ ਚੀਜ਼ ਜਿਹੜੇ ਵੀ ਜਗ੍ਹਾ ਤੁਹਾਨੂੰ ਅੱਛੀ ਲੱਗੇ ਨਾ, ਤੁਸੀਂ ਚੁਣ ਕੇ ਉਹਨੂੰ ਅਪਣਾ ਲਵੋ। ਬੇਸ਼ੱਕ ਉਹ ਗੋਰਿਆਂ ਦਾ ਵਾ, ਬੇਸ਼ੱਕ ਉਹ ਏਸ਼ੀਅਨਸ ਹੈ, ਅਗਰ ਉਹ ਦਿਲ ਨੂੰ ਤੁਹਾਨੂੰ ਅੱਛੀ ਲੱਗਦੀ ਔਰ ਤੁਸੀਂ ਸਮਝਦੇ ਹੋ ਐਕਚੁਅਲੀ ਇਹਦੇ 'ਚ ਇਸ ਕਹਿੰਦੇ ਨੇ ਨਾ ਇਹਦੇ ਵਿੱਚ ਵਜ਼ਨ ਹੈ, ਗੱਲ 'ਚ ਦਮ ਹੈ, ਤੇ ਫਿਰ ਮੇਰੇ ਖਿਆਲ 'ਚ ਉਹਨੂੰ ਇਗਨੋਰ ਨਾ ਕਰੋ, ਉਹਨੂੰ ਐਕਚੁਅਲੀ ਇੰਬਰੇਸ ਕਰੋ। ਸੋ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ 50 ਇਹ ਗੱਲ ਹੈ ਵੇ ਕਿ ਸਾਡੇ ਨੌਲੇਜ ਵਿੱਚ ਅਗੇਨ ਐਕਸਪੈਸ਼ਲੀ ਵੈਨ ਯੂ ਸੈਡ ਵੂਮਨ ਅਸੀਂ 50-60 ਦੇ ਅਸੀਂ ਛੱਡ ਦਿੰਦੇ ਹਾਂ, ਅਸੀਂ ਨਹੀਂ ਕਰਦੇ। ਉਹ ਮੇਰੇ ਖਿਆਲ ਵਿੱਚ ਮੈਨੋਪੌਜ਼ ਆ ਜਾਂਦਾ ਵਿੱਚ। ਉਹ ਇੱਕ ਬਹੁਤ ਵੱਡਾ ਕਹਿ ਲਵੋ ਚੇਂਜ ਆਉਂਦੀ ਹੈ ਵੂਮਨ ਹੈਲਥ ਦੇ ਵਿੱਚ, ਜੋ ਕਿ ਪਹਿਲੇ ਅਵੇਅਰਨੈਸ ਨਹੀਂ ਸੀ, ਹੁਣ ਜ਼ਿਆਦਾ ਅਵੇਅਰ ਲੋਕ ਹੈ ਨੇ ਔਰ ਉਸ ਤਰ੍ਹਾਂ ਡੀਲ ਕਰ ਰਹੇ ਨੇ। ਅਗੇਨ ਹੋਮ ਰੈਮੀਡੀਜ਼ ਔਰ ਜਿਸ ਤਰ੍ਹਾਂ ਤੁਸੀਂ ਆਪਣੀ ਡਾਈਟ ਦਾ ਖਿਆਲ ਕਿਸ ਤਰ੍ਹਾਂ ਰੱਖਦੇ ਹੋ, ਇਟਸ ਵੈਰੀ ਇੰਪੋਰਟੈਂਟ, ਇਟ ਪਲੇਜ਼ ਅ ਕ੍ਰੂਸ਼ਲ ਪਾਰਟ। ਬਹੁਤ ਵਧੀਆ ਗੱਲ ਮੈਂਸ਼ਨ ਹੋਈ। ਮੈਨੋਪੌਜ਼ ਦੇ ਬਾਰੇ ਅਸੀਂ ਡਿਸਕਸ ਨਹੀਂ ਕਰਨਾ ਸੀ, ਪਰ ਇਟ ਕੇਮ ਆਊਟ।
ਸੋ ਜਦੋਂ ਆਪਾਂ ਥੋੜਾ ਜਿਹਾ ਡਾਊਨ ਆਪਣੀ ਏਜ ਦੇ ਹਿਸਾਬ ਦੇ ਨਾਲ ਆਫਟਰ ਕਈ ਕਹਿੰਦੇ ਕਿ 45 ਤੋਂ ਬਾਅਦ ਮੈਨੋਪੌਜ਼ ਕਈਆਂ ਨੂੰ ਅੱਜ ਕੱਲ੍ਹ ਅਰਲੀ ਵੀ ਸਟਾਰਟ ਹੋ ਜਾਂਦੇ Absolutely. ਸੋ ਉਸ ਤੋਂ ਬਾਅਦ ਜੇਕਰ ਤੁਹਾਨੂੰ ਥੋੜਾ ਜਿਹਾ ਲੱਗਦਾ ਹੈ ਵੀ ਮੈਂ ਥੋੜਾ ਜਿਹਾ ਇਮੋਸ਼ਨਲ ਹੋ ਜਾਂਦੇ ਹੋ ਜਾਂ ਫਿਰ ਸਰਟਨ ਥਿੰਗਸ ਕਰਨ ਦਾ ਦਿਲ ਨਹੀਂ ਕਰਦਾ ਤੇ ਡਾਕਟਰ ਨਾਲ ਜ਼ਰੂਰ ਸਲਾਹ ਲਓ ਆਈ ਵਿਲ ਸੇ ਯੂ ਵਿਲ ਪ੍ਰੋਬਬਲੀ ਗੋਇੰਗ ਥਰੂ ਬਿਲਕੁਲ, ਮੈਨੋਪੌਜ਼ ਬਿਲਕੁਲ। ਜਿਹੜੀ ਇੱਕ ਸਟੇਜ ਹੁੰਦੀ ਹੈ ਵੂਮਨ ਦੀ ਜਿਹੜੀ ਏਜ ਦੇ ਥਰੂ ਉਹ ਜਾਂਦੀਆਂ ਨੇ ਤੇ ਉਸ ਟਾਈਮ ਤੇ ਥੋੜਾ ਜਿਹਾ ਬਦਲਾਵ ਉਹਨਾਂ ਦੀ ਬਾਡੀ 'ਚ ਵੀ ਆਉਂਦਾ ਹੈ ਐਂਡ ਸਮ ਟਾਈਮ ਇਟਸ ਹਾਰਡ ਟੂ ਟੇਕ ਬਿਕਾਜ਼ ਬਾਡੀ ਬਹੁਤ ਜ਼ਿਆਦਾ ਚੇਂਜ ਹੋ ਰਹੀ ਹੁੰਦੀ ਹੈ ਸੋ ਦੇਰ ਇਜ਼ ਕਈ ਥੈਰੇਪੀਜ਼ ਹੁੰਦੀਆਂ ਹਾਰਮੋਨ ਥੈਰੇਪੀਜ਼ ਵੀ ਹੁੰਦੀਆਂ ਜਿਹੜੀਆਂ ਤੁਸੀਂ ਆਪਣੇ ਡਾਕਟਰ ਨਾਲ ਸਲਾਹ ਕਰਕੇ ਮੈਨੋਪੌਜ਼ ਦੇ ਟਾਈਮ ਤੇ ਲੈ ਸਕਦੇ ਹੋ ਐਂਡ ਦੇ ਆਰ ਵੈਰੀ ਹੈਲਪਫੁਲ ਐਂਡ ਉਹਦੇ ਵਿੱਚ ਜਿਹੜਾ ਹੈਗਾ ਜਦੋਂ ਮੈਨੋਪੌਜ਼ ਦਾ ਤੁਹਾਡਾ ਟਾਈਮ ਹੈਗਾ ਉਹਦੇ ਵਿੱਚ ਤੁਹਾਨੂੰ ਰਾਹਤ ਮਿਲ ਸਕਦੀ ਹੈ ਤੁਹਾਡੇ ਹਾਰਮੋਨਸ ਜਿਹੜੇ ਆ ਬੈਕ ਟੂ ਨੋਰਮਲ ਬੈਲੈਂਸ ਹੋਣੇ ਚਾਲੂ ਹੋ ਜਾਂਦੇ ਆ ਬੈਕ ਟੂ ਨੋਰਮਲ ਤੇ ਨਹੀਂ ਕਹਾਂਗੇ ਬਟ ਕਈਆਂ ਨੂੰ ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਸੋ ਚੱਲਦੇ ਹਾਂ ਹੁਣ ਆਪਣੇ ਜਿਹੜਾ ਟੌਪਿਕ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ 4 ਚੀਜ਼ਾਂ ਜਿਹੜੀਆਂ ਸਾਡੀ ਐਂਟੀ ਏਜਿੰਗ ਇਸ ਵਾਲ ਉਹਦੇ ਵਿੱਚ ਹੈਗੇ ਸੋ ਵਾਟ ਬਿਊਟੀ ਥੈਰੇਪੀ ਟ੍ਰੀਟਮੈਂਟ ਆਰ ਵਰਥ ਇਹਨਾਂ 'ਚ ਵਰਥ ਹੀ ਕਿਹੜੀ ਹੈ ਵੀ ਜੇਕਰ ਕਿਸੇ ਨੇ ਕਰਾਉਣੀ ਹੋਏ ਓਲ ਥੈਰੇਪਿਸਟ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਹੇਅਰ ਰਿਮੂਵਲ ਦੀ ਵੀ ਇਹਨਾਂ ਦੀ ਵੀ ਟ੍ਰੀਟਮੈਂਟ ਸੈਸ਼ਨ ਹੁੰਦੇ ਹੋਣੇ ਆ ਕਿਹੜੀ ਟ੍ਰੀਟਮੈਂਟ ਜਿਹੜੀ ਹੈਗੀ ਹੈ ਵਰਥ ਹੀ ਹੈਗੀ ਕਿ ਸਾਰੀਆਂ ਹੀ ਤੁਹਾਡੇ ਹਿਸਾਬ ਨਾਲ ਵਰਥ ਹੀ ਡਿਪੈਂਡਿੰਗ ਔਨ ਪਰਸਨਸ ਨੀਡ Absolutely, you nailed it. It's depends on person's need. ਹੁਣ ਦੇਖੋ ਹੁਣ ਇੱਕ ਬੰਦੇ ਦੀ ਲਾਈਫ ਵਿੱਚ ਬਹੁਤ ਸਟ੍ਰੈਸ ਜਾ ਰਿਹਾ ਵੇ ਉਹਨੇ ਐਂਟੀ ਏਜਿੰਗ ਨਹੀਂ ਦੇਖਣੀ ਉਹਨੇ ਕੋਈ ਹਾਈਡਰੇਟ ਫੇਸ਼ੀਅਲ ਨਹੀਂ ਵੇਖਣਾ ਉਹਨੂੰ ਤੁਸੀਂ ਅੱਛਾ ਮਸਾਜ ਦੇ ਦਿਓਗੇ ਉਹਦੇ ਵਾਸਤੇ ਉਹ ਬਿਹਤਰ ਹੈ ਉਹਦੇ ਵਾਸਤੇ ਬਿਹਤਰ ਰੈਮੇਡੀ ਹੈ ਵਰਥ ਵੀ ਉਹਦੇ ਵਾਸਤੇ ਹੈ ਡਿਪੈਂਡ ਸਾਡੀ ਆਈ ਥਿੰਕ ਆਪਣੀ ਆਪਣੀ ਗੱਲ ਹੈ ਕਿ ਜਿੱਥੇ ਤੁਸੀਂ ਕਿਸ ਚੀਜ਼ ਨੂੰ ਤਰਜੀਹ ਦਿੰਦੇ ਹੋ ਅਗਰ ਮੇਰੀ ਵਾਸਤੇ ਪ੍ਰਾਇੋਰਿਟੀ ਇੱਕ ਮਹੀਨੇ 'ਚ ਇੱਕ ਦਫਾ ਮਸਾਜ ਲੈਣਾ ਬਹੁਤ ਜ਼ਰੂਰੀ ਹੈ ਮੇਰੇ ਵਾਸਤੇ ਉਹ ਡੈਫੀਨਿਟਲੀ ਇੱਕ ਪ੍ਰਾਇੋਰਿਟੀ ਹੈ ਕਿ ਮੈਨੂੰ ਪਤਾ ਮੈਂ ਕਹਿੰਦਾ ਅੱਛਾ ਫੀਲ ਕਰਨੀ ਆ ਉਹਦੇ ਬਾਅਦ ਮੈਂ ਹਲਕੀ ਹੋ ਜਾਂਦੀ ਹਾਂ ਮੇਰਾ ਸਟ੍ਰੈਸ ਲੈਵਲ ਡਾਊਨ ਹੋ ਜਾਂਦਾ ਐਂਡ ਆਈ ਥਿੰਕ ਨਹੀਂ ਐਕਚੁਅਲੀ ਦੈਟ ਇਜ਼ ਵਰਥ ਇਟ ਉਹ ਮੇਰੇ ਨਜ਼ਰੀਏ ਉਹ ਵਰਥ ਇਟ ਹੋਇਆ ਤੁਸੀਂ ਕਹਿ ਲਵੋ ਹੁਣ ਤੁਸੀਂ ਕਹੋ ਕਿ ਨਹੀਂ ਐਕਚੁਅਲੀ ਆਈ ਲਵ ਟੂ ਹੈਵ ਅ ਫੇਸ਼ੀਅਲ ਐਵਰੀ ਮੰਥ ਤੇ ਤੁਸੀਂ ਸ਼ਾਇਦ ਫੇਸ਼ੀਅਲਸ ਉੱਤੇ ਧਿਆਨ ਦੇਵੋਗੇ ਉਹ ਤੁਹਾਡੇ ਵਾਸਤੇ ਵਰਥ ਇਟ ਹੋਏਗਾ ਸੋ ਇਟ ਵਿਲ ਡਿਪੈਂਡ ਔਨ ਐਵਰੀ ਇੰਡੀਵਿਜੂਅਲ ਕਿ ਉਹਨਾਂ ਦੇ ਹਿਸਾਬ ਦੇ ਨਾਲ ਉਹ ਕੀ ਜ਼ਿਆਦਾ ਕਿਸ ਚੀਜ਼ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਠੀਕ ਹੈ ਦੈਟਸ ਗੁੱਡ ਆਨਸਰ ਐਂਡ ਹਾਊ ਮਚ ਇਜ਼ ਇਟ ਦੈਟਸ ਡਿਪੈਂਡ ਇਸ ਵਾਲ ਕਿ ਤੁਹਾਡੀ ਪੋਕਟ ਦੇ ਹਿਸਾਬ ਦੇ ਨਾਲ ਤੁਸੀਂ ਕੀ ਅਫੋਰਡ ਕਰ ਸਕਦੇ ਆ ਵੀ ਬਹੁਤ ਇੰਪੋਰਟੈਂਟ ਹੈਗਾ ਸਮ ਪੀਪਲ ਵਾਂਟ ਟੂ ਹੈਵ ਸਰਟਨ ਥੈਰੇਪੀਜ਼ ਬਟ ਬਿਕਾਜ਼ ਦੇ ਕਾਂਟ ਅਫੋਰਡ ਇਸ ਵਾਲ ਕਈ ਵਾਰੀ ਇਹ ਵੀ ਹੋ ਜਾਂਦਾ ਬੁਸ਼ਰਾ ਮੈਂ ਪਤਾ ਕਿ ਮੈਂ ਦਿੱਲੀ ਐਡਵਾਈਸ ਹਰ ਬੰਦੇ ਨੂੰ ਇਹੀ ਦੇਣੀ ਹੈ ਮੇਰੇ ਆਪਣੇ ਕਲਾਇੰਟਸ ਨੂੰ ਦੇਣੀ ਆ ਇੱਕ ਵਾਰੀ ਅਗਰ ਤੁਸੀਂ ਬਹੁਤ ਜ਼ਿਆਦਾ ਕਿਸੇ ਚੀਜ਼ ਵਾਸਤੇ ਕੰਸਰਨ ਹੋ ਗਏ ਹੋ ਨਾ ਤੇ ਸੈਲੂਨ ਜਾਂ ਕਲੀਨਿਕ ਦੀ ਤੁਸੀਂ ਟ੍ਰੀਟਮੈਂਟਸ ਜ਼ਰੂਰ ਲੈ ਲਵੋ ਤੇ ਜਿਸ ਵਕਤ ਤੁਸੀਂ ਇੱਕ ਪਾਵਰਫੁਲ ਪੈਕੇਜ ਲੈ ਲੈਂਦੇ ਹੋ ਇੱਕ ਬੰਡਲ ਲੈਂਦੇ ਹੋ 6 ਤੋਂ 8 ਟ੍ਰੀਟਮੈਂਟਸ ਦਾ ਉਹਦੇ ਬਾਅਦ ਵਿੱਚ ਮੇਰੇ ਨਾਲ ਖੁੱਲੇ ਤਰੀਕੇ ਨਾਲ ਤੁਸੀਂ ਅਗਰ ਡਿਸਕਸ ਕਰਦੇ ਹੋ ਕਿ ਬੁਸ਼ਰਾ ਬਜਟ ਡਾਈਟ ਹੈ ਮੰਥਲੀ ਮੈਂ 65 ਪਾਉਂਡ ਜਾਂ 55 ਪਾਉਂਡ ਨਹੀਂ ਮੈਂ ਕਰ ਸਕਦੀ ਜਾਂ ਕਰ ਸਕਦਾ ਤੇ ਫਿਰ ਮੈਂ ਟੂ ਬੀ ਓਨੈਸਟ ਆਲ ਬੀ ਓਨੈਸਟ ਵਿਦ ਯੂ ਮੈਂ ਉਹਨਾਂ ਨੂੰ ਸਮੋਲ ਗੈਜਟਸ ਤੇ ਲਾ ਦਿੰਦੀ ਹਾਂ ਬਿਕੋਜ਼ ਰਿਜ਼ਲਟ ਉਹਨਾਂ ਨੂੰ ਮਿਲ ਗਿਆ ਵੱਡੀਆਂ ਮਸ਼ੀਨਾਂ ਤੋਂ ਹੁਣ ਬਰਕਰਾਰ ਰੱਖਣ ਵਾਸਤੇ ਛੋਟੀਆਂ ਮਸ਼ੀਨਾਂ ਇਜ਼ ਮੋਰ ਦੈਨ ਇਨਫ ਓਕੇ ਸੋ ਆਪਣੇ ਘਰ ਹੀ ਉਹ ਜਿਹੜੀ ਟ੍ਰੀਟਮੈਂਟ ਸੈਲਨ ਤੇ ਲੈ ਰਹੇ ਸੀ ਕਿ ਉਹ ਟ੍ਰੀਟਮੈਂਟ ਤੁਸੀਂ ਘਰ ਲੈ ਸਕਦੇ ਹੋ ਬਟ ਘੱਟ ਪੈਸਿਆਂ ਦੇ ਵਿੱਚ ਐਂਡ ਉਹਦਾ ਇਫੈਕਟ ਵੀ ਸਿਮਿਲਰ ਰਹੇਗਾ ਐਂਡ ਦੈਨ ਯੂ ਗੋ ਬੈਕ ਅਪ ਕੰਸਲਟੇਸ਼ਨ ਅਗੇਨ ਅਗਰ ਤੁਹਾਨੂੰ ਲੱਗਦਾ ਹੈ ਕਿ ਕੁਝ ਨਹੀਂ ਵਰਕ ਆਊਟ ਹੋ ਰਿਹਾ ਤੁਹਾਡੇ ਲਈ ਜਾਂ ਜਿਹੜੀ ਚੀਜ਼ਾਂ ਪ੍ਰੋਡਕਟਸ ਤੁਹਾਡੇ ਕੋਲ ਹੈਗੇ ਆ ਉਹਨਾਂ ਦਾ ਵਰਕ ਆਊਟ ਰਾਈਟ ਤਰੀਕੇ ਤੇ ਨਹੀਂ ਹੋ ਰਿਹਾ ਤੇ ਤੁਸੀਂ ਫਿਰ ਜਿਹੜੀ ਤੁਹਾਡੇ ਕੰਸਲਟੇਸ਼ਨ ਜਿਨ੍ਹਾਂ ਨੇ ਦਿੱਤੀ ਹੈ ਉਹਨਾਂ ਦੇ ਨਾਲ ਰੂਬਰੂ ਹੋ ਕੇ ਉਹਨਾਂ ਨੂੰ ਦੱਸ ਸਕਦੇ ਹੋ ਵੀ ਇਹਦੇ 'ਚ ਮੈਨੂੰ ਫਾਇਦਾ ਨਹੀਂ ਹੋਇਆ ਤੇ ਮੈਨੂੰ ਨੈਕਸਟ ਸਟੈਪ ਕੀ ਕਰਨਾ ਚਾਹੀਦਾ ਸੋ देयर इज ऑलवेज somebody to talk ਜਿਹੜੀਆਂ ਵੀ ਚੀਜ਼ਾਂ ਹੈਗੀਆਂ ਬਿਲਕੁਲ ਉਹ ਤੁਸੀਂ ਉਹ ਐਂਟੀ ਏਜਿੰਗ ਵਿੱਚ ਆ ਗਿਆ ਤੇ ਕਿਹੜੇ ਆਮ ਹਜ਼ਰਾਤ ਨੇ ਕਿਹੜੇ ਨੋਰਮਲ ਫੇਸ਼ੀਅਲ ਲੈਣਾ ਚਾਹੁੰਦੇ ਨੇ ਜਾਂ ਬੋਡੀ ਮਸਾਜਿਸ ਕਰਨਾ ਚਾਹੁੰਦੇ ਨੇ ਹੁਣ ਕਰੋਨਾ ਦੀ ਵਜ੍ਹਾ ਨਾਲ ਨਹੀਂ ਜਾ ਸਕਦੇ ਅਗੇਨ ਆਈ ਵੁੱਡ ਸੇ ਲੁੱਕ ਇਨਟੂ ਯੂਰ ਓਨ ਹੋਮ ਹੁਣ ਅਗਰ ਕਹਿ ਲਵੋ ਕਿ ਮੈਂ ਆਪਣੀ ਬੇਟੀ ਔਰ ਮੇਰਾ ਬੇਟਾ ਬੇਟੀ ਨੂੰ ਮੈਂ ਕਹਾਂਗੀ ਕੈਨ ਯੂ ਰਬ ਮਾਈ ਸ਼ੋਲਡਰਸ I'll get some oil and I'll tell her. So home remedies, you can ask your partner. इसी तरह कह लो that stress relief भी होता है, and you'll learn different ways. And or home remedies as कह लो कि you can do a facial if at home. अगर ताड़े कोल steamer नहीं आगा, so you do a good cleanse, double cleanse कर लो फिर तुसी मैं I'll go through the facial steps. अगर वो शायद That's fine. So if start from a face. Yeah. So if we're going to do a facial at home,
and you don't have the small gadgets, and you don't because of the coronavirus we can't go to our local salon or clinic. तो कह ले कि अब क्या करना है. So you can actually do a cleanse at home. बेशक साबन नाल धो रहे हो या तुसी फेस वॉश यूज़ कर रहे हो, ਉਹਦੇ ਬਾਅਦ ਤੁਸੀਂ ਹਲਕਾ ਜਿਹਾ ਡੈਬ ਕਰ ਲਵੋ. then ਤੁਸੀਂ ਬੇਸਨ ਲੈ ਸਕਦੇ ਹੋ. take a tablespoon of besan, a little bit of honey in it, a little bit of water, and perhaps a dash of yogurt. ਸੋ ਤੁਸੀਂ ਵੇਸਨ ਲਿੱਤਾ, ਬੇਸਨ, ਹਾਂਜੀ, ਉਸ ਤੋਂ ਬਾਅਦ ਕੀ ਲਿੱਤਾ ਸੀਗਾ? ਤੇ ਥੋੜਾ ਜਿਹਾ ਅੱਧੀ ਸਪੂਨ ਤੁਸੀਂ ਹਨੀ ਪਾ ਦਿਓ. ਓਕੇ, ਹਨੀ. ਫਿਰ ਤੁਸੀਂ ਥੋੜਾ ਜਿਹਾ ਪਾਣੀ, ਕਿਉਂਕਿ ਤੁਹਾਨੂੰ ਮਿਕਸਚਰ ਚਾਹੀਦਾ ਉਹਨੂੰ ਪੇਸਟ ਬਣਾਉਣ ਵਾਸਤੇ, ਤੇ ਉਹ ਤੁਸੀਂ ਕਰ ਲਵੋ. then I did say a dash of yogurt. ਤੇ ਉਹ ਜਦੋਂ ਅੱਛੀ ਤਰ੍ਹਾਂ ਤੁਹਾਡੀ ਪੇਸਟ ਬਣ ਜਾਵੇ, ਤੁਸੀਂ ਆਪਣੇ ਫੇਸ ਤੇ ਬ੍ਰਸ਼ ਦੇ ਨਾਲ ਜਾਂ ਆਪਣੇ ਉਂਗਲੀਆਂ ਦੇ ਨਾਲ ਲਾ ਕੇ 5 ਮਿੰਟ ਰਹਿਣ ਦਿਓ. ਫਿਰ ਤੁਸੀਂ ਉਹਨੂੰ ਅੱਛੀ ਤਰ੍ਹਾਂ ਰਬ ਕਰ ਲਵੋ. ਉਹ ਫਿਰ ਕਹਿ ਲਓ ਕਿ ਇਟ ਜਸਟ crumbles off. ਉਹ ਤੁਹਾਡਾ ਐਕਸਫੋਲੀਏਸ਼ਨ ਹੋ ਗਿਆ. Oh, I remember ਜਿਹੜਾ ਆਪਣੇ weddings ਵਗੈਰਾ ਤੇ ਬੁਸ਼ਰਾ ਕਰਦੇ ਆ ਕਿ ਕਹਿੰਦੇ ਨੂੰ ਵੱਟਾਂ ਤੇ on your face, and is it similar like that or that's ਉਹ ਹਲਦੀ ਪਾਉਂਦੇ ਨੇ. ਹਲਦੀ, you don't put ਹਲਦੀ? Okay. ਹਲਦੀ ਦਾ ਇੱਕ ਹੋਰ ਮਾਸਕ ਹੈ ਵੇ, okay, which helps uneven tone skin. ਲੇਕਿਨ ਇਹ ਵਾਲਾ ਹੁਣ ਤੁਹਾਡਾ ਐਕਸਫੋਲੀਏਸ਼ਨ ਹੋ ਗਿਆ. okay, ਐਕਸਫੋਲੀਏਸ਼ਨ ਦੇ ਬਾਅਦ ਤੁਸੀਂ ਸਟੀਮ ਲੈ ਲਵੋ. ਹੁਣ ਸੈਲੂਨਸ ਦੀ ਤਰ੍ਹਾਂ ਤੁਹਾਡੇ ਕੋਲ ਸਟੈਂਡ ਸਟੀਮ ਨਹੀਂ ਹੈ, ਜਾਂ ਤੁਹਾਡੇ ਕੋਲ ਛੋਟਾ ਪੋਰਟੇਬਲ ਨਹੀਂ ਹੈ ਘਰ ਦੇ ਵਿੱਚ. ਤੁਸੀਂ ਨੋਰਮਲ ਉਬਲਿਆ ਹੋਇਆ ਪਾਣੀ ਇੱਕ ਬੋਲ ਦੇ ਵਿੱਚ ਤੋਲੀਆ ਲੈ ਕੇ just give yourself steam okay, for about 5 minutes. If it's dry skin, I would say probably 3 to 5 minutes more than enough ਹੈ. ਅਗਰ ਤੁਹਾਡਾ oily skin ਹੈ, a lot of breakouts ਹੈ, acne prone skin ਹੈ, ਫਿਰ ਤੁਸੀਂ 5 ਤੋਂ 8 ਮਿੰਟ ਵੀ ਲੈ ਲਵੋ, 10 ਮਿੰਟ ਵੀ ਲੈ ਲਓ ਸਟੀਮ. ਉਹ ਤੁਹਾਡੇ ਪੋਜ਼ ਦੇ ਵਾਸਤੇ ਬਹੁਤ ਅੱਛਾ ਵੇ. Then you can actually again just cleanse your face afterwards with a towel. Just dab it and see if you, ਕਿਉਂਕਿ steam ਦੇ ਨਾਲ ਤੁਹਾਡੇ pores ਨਰਮ ਹੋ ਗਏ ਨੇ, and if you want to take out, squeeze out any blackheads, you can. So after that you can cleanse your face again with the ਕਈ ਦਫਾ ਤੁਹਾਨੂੰ ਬਾਰ-ਬਾਰ ਛੱਟੇ ਮਾਰਨ ਦੀ ਜ਼ਰੂਰਤ ਨਹੀਂ. ਗਿੱਲਾ ਤੋਲੀਆ ਵੀ ਤੁਸੀਂ ਲੈ ਕੇ ਰੱਖਿਆ ਹੋਵੇ ਨਾ, you can just dab it afterwards. And then ਅਗਰ ਤੁਸੀਂ ਮਾਸਕ ਉੱਤੇ ਹੁਣ ਦੁਬਾਰਾ ਲਗਾਉਣਾ, depending on your skin type. So I can give you a little bit of ਅਗਰ dry skin ਹੈ ਤੇ dry skin ਦੇ ਵਿੱਚ ਤੁਸੀਂ half a avocado ਲੈ ਲਓ, tablespoon of honey ਲੈ ਲਵੋ, ਔਰ handful of oats ਲੈ ਲਵੋ. okay, ਉਹਦੀ ਪੇਸਟ ਬਣਾ ਲਵੋ. ਪੇਸਟ ਬਣ ਜਾਏ ਜਦੋਂ ਆਪਣੇ ਚਿਹਰੇ ਤੇ ਲਾ ਲਵੋ. ਮੈਂ ਜ਼ਰੂਰ ਕਹਾਂਗੀ ਅਗਰ ਜਿਸ ਵਕਤ ਤੁਸੀਂ ਘਰ ਦੀ ਰੈਮੇਡੀ ਯੂਜ਼ ਕਰ ਰਹੇ ਹੋ ਨਾ, ਪਲੀਜ਼ ਅਗਰ ਇੱਕ ਦਿਨ ਪਹਿਲੇ ਨਾ ਥੋੜਾ ਜਿਹਾ ਕੋਈ ਚੀਜ਼ ਬਣਾ ਕੇ ਆਪਣੀ ਸਕਿਨ ਦੇ ਉੱਤੇ ਟੈਸਟ ਕਰ ਲਵੋ. ਤੁਹਾਨੂੰ ਨਹੀਂ ਪਤਾ ਕਿ ਕਿਸ ਚੀਜ਼ ਦੇ ਨਾਲ ਕਿਸੇ ਨੂੰ ਕੋਈ ਐਲਰਜੀ ਹੋਵੇ. ਇਹ ਬਹੁਤ ਜ਼ਰੂਰੀ ਗੱਲ ਹੈ ਕਿ ਐਲਰਜੀ ਰਿਐਕਸ਼ਨ ਕਈਆਂ ਨੂੰ ਫੂਡ ਦੇ ਨਾਲ ਹੋ ਸਕਦਾ ਹੈ. ਸੋ ਜਸਟ ਇਨ ਕੇਸ ਬੁਸ਼ਰਾ ਨੇ ਤੁਸੀਂ ਜਿੱਦਾਂ ਦੱਸਿਆ, ਇਟਸ ਹੈਜ਼ ਟੂ ਬੀ ਡਨ. ਅਗਰ ਤੁਸੀਂ ਥੋੜਾ ਜਿਹਾ ਟੈਸਟ ਕਰ ਲਓ, ਤੁਹਾਨੂੰ ਪਤਾ ਕਿ ਨਹੀਂ ਠੀਕ ਸੀ, ਸੋ ਨੋ ਪ੍ਰੋਬਲਮ. ਜਿਸ ਦਿਨ ਤੁਸੀਂ ਫੇਸ਼ੀਅਲ ਕਰਨਾ ਵੇ, ਜਦੋਂ ਪੇਸਟ ਬਣਾ ਲਈਏ ਬ੍ਰਸ਼ ਦੇ ਨਾਲ ਜਾਂ ਉਂਗਲੀਆਂ ਦੇ ਨਾਲ ਦੁਬਾਰਾ ਆਪਣੇ ਫੇਸ ਦੇ ਉੱਤੇ ਦੁਬਾਰਾ ਲਗਾ ਲਵੋ ਐਂਡ ਲੀਵ ਇਟ ਫॉर 15 to 20 ਮਿੰਟਸ. ਉਹਦੇ ਬਾਅਦ ਤੁਸੀਂ ਧੋ ਲਵੋ. ਇਹ ਤੁਹਾਡੇ ਡਰਾਈ ਸਕਿਨ ਦਾ ਸੀ. ਅਗਰ ਓਇਲੀ ਸਕਿਨ ਹੈ, ਐਗ ਵਾਈਟ ਇੱਕ ਲਵੋ, ਇੱਕ ਐਗ ਵਾਈਟ ਐਂਡ ਟੇਬਲਸਪੂਨ ਆਫ ਹਨੀ ਐਂਡ ਜਸਟ ਅ ਫਿਊ ਡ੍ਰੌਪਸ ਆਫ ਲੈਮਨ. ਉਹ ਸਕਵੀਜ਼ ਕਰਕੇ ਉਹਨੂੰ ਅੱਛੀ ਤਰ੍ਹਾਂ ਤੁਸੀਂ ਸਕ੍ਰੈਂਬਲ ਕਰ ਲਵੋ, ਔਰ ਤੁਸੀਂ ਬ੍ਰਸ਼ ਦੇ ਨਾਲ, ਉਹ ਜ਼ਿਆਦਾਤਰ ਬ੍ਰਸ਼ ਜਾਂ ਕਾਟਨ ਪੈਡ ਦੇ ਨਾਲ ਹੀ ਤੁਸੀਂ ਨਾ ਚਿਹਰੇ ਦੇ ਉੱਤੇ ਜ਼ਿਆਦਾ ਲਾ ਸਕੋਗੇ, ਕਿਉਂਕਿ ਆਪਣੇ ਅੰਡੇ ਦੀ ਆਪਣੀ ਇੱਕ ਲੇਸ ਹੁੰਦੀ ਹੈ, ਇਟ ਕੀਪਸ ਔਨ ਸਲਿਪਿੰਗ, ਉਹਦੀ ਗ੍ਰਿਪ ਨਹੀਂ ਹੁੰਦੀ. ਸੋ ਇਟਸ ਬੈਸਟ ਟੂ ਡੂ ਇਟ ਵਿਦ ਅ ਬ੍ਰਸ਼. ਉਹ ਤੁਸੀਂ 15-20 ਮਿੰਟ ਫਿਰ ਦੁਬਾਰਾ ਲਾ ਲਓ. ਅਗਰ ਤੁਸੀਂ ਕਹਿ ਲਓ ਕਿ ਉਹ ਤੁਹਾਡੇ ਟੂ ਬੀ ਔਨੈਸਟ ਉਹ ਤੁਹਾਡਾ ਸਕਿਨ ਟਾਈਟਨ ਵੀ ਕਰੇਗੀ, ਕਿਉਂਕਿ ਅੰਡੇ ਦੀ ਸਫੈਦੀ ਇਜ਼ ਵੈਰੀ ਗੁੱਡ ਟੂ ਸਕਿਨ ਟਾਈਟਨਿੰਗ ਐਜ਼ ਵੈਲ. ਸੋ ਅਗੇਨ ਦੈਟ ਇਜ਼ ਯੋਰ combination oily skin mask. ਅਗਰ ਤੁਹਾਡਾ uneven tone skin ਹੈ, ਜਿਹਦੇ ਥੋੜਾ ਬਹੁਤ ਕਹਿ ਲਓ ਕਿ ਪਿਗਮੈਂਟ ਵੀ ਹੈਗਾ ਵੇ, ਫਿਰ ਤੁਸੀਂ 1 tablespoon of ਹਲਦੀ ਲੈਣੀ ਹੈ, 1 tablespoon of yogurt ਲੈਣਾ and 1 tablespoon of honey. ਇਹ ਤਿੰਨ ਚੀਜ਼ਾਂ ਸੀ. ਹਨੀ ਬਹੁਤ ਜ਼ਰੂਰੀ ਹੈ ਸਾਰਿਆਂ ਦੇ ਵਿੱਚ, ਹੈ ਨਾ? ਇਟਸ ਵੈਰੀ ਗੁੱਡ. It creates moisture, but it's got a lot of antioxidants. ਸਾਡੇ skin glow ਵਾਸਤੇ ਵੀ ਬਹੁਤ ਅੱਛੀ ਹੈ.
ਐਂਡ ਸੋ ਉਹਨੂੰ ਤੁਸੀਂ ਅੱਛੀ ਤਰ੍ਹਾਂ ਕਹਿ ਲਵੋ ਕਿ Mix ਕਰ ਲੈਂਦੇ ਲਿਆ, ਹੋ। ਮਿਕਸ ਕਰ ਲਿਆ, ਉਹ ਵੀ 15-20 ਮਿੰਟ ਤੁਸੀਂ ਲਾ ਲਵੋ। ਇਹ ਤੁਹਾਡੇ ਘਰ ਦਾ ਫੇਸ਼ੀਅਲ ਹੋ ਗਿਆ which actually works on your epidermis level। ਠੀਕ ਹੈ, ਤੁਹਾਡੇ ਸਕਿਨ ਲੇਅਰਸ ਦੇ ਡੀਪ ਨਹੀਂ ਜਾਏਗਾ, but it will give you a surface ਦੇ ਉੱਤੇ it gives you a glow, a deep cleanse। ਇਹ ਤੁਸੀਂ ਘਰ ਵੀ ਕਰ ਸਕਦੇ ਹੋ। ਓਹ ਵਾਟ ਅ ਗੁੱਡ ਆਈਡੀਆ। ਕਿੰਨੇ ਰੈਮੇਡੀਜ਼ ਤੁਸੀਂ ਫੇਸ ਤੇ ਦਿੱਤੀਆਂ ਹੈਗੀਆਂ, ਵੈਰੀ ਵੈਰੀ ਗੁੱਡ। ਐਂਡ ਉਹਦੇ ਵਿੱਚ ਹੈ ਕਿ ਮੋਸਟ ਆਫ ਦ ਥਿੰਗਸ ਆਈ ਐਮ ਸ਼ੋਰ ਕਿ ਜਿੰਨੇ ਵੀ ਸਾਡੇ ਵਿਊਅਰਸ ਨੇ ਇਹ ਚੀਜ਼ਾਂ ਸਾਡੇ ਕਬਰਡ ਦੇ ਵਿੱਚ, ਕਿਚਨ ਦੇ ਵਿੱਚ ਹੈਗੀਆਂ, ਹੈ ਬਿਲਕੁਲ। ਐਂਡ ਵੀ ਯੂਜ਼ ਇਟ ਐਵਰੀ ਡੇ। ਸੋ ਇਹ ਨਹੀਂ ਕਿ ਸਾਨੂੰ Yes. ਬਾਹਰ ਜਾ ਕੇ ਵੀ ਹੈਵ ਟੂ ਬਾਈ ਦਿਸ ਪ੍ਰੋਡਕਟ ਜਾਂ ਇਹ ਸਾਨੂੰ ਚੀਜ਼ ਲੈਣੀ ਪਏਗੀ। ਸਟ੍ਰੇਟ ਅਵੇ ਜਿਹੜੇ ਵਿਊਅਰਸ ਨੇ ਐਂਡ ਜਿਹੜੀ ਲੇਡੀਜ਼ ਦੇ ਸਾਨੂੰ ਮੈਸੇਜ ਆਇਆ, ਸਟ੍ਰੇਟ ਅਵੇ ਆਪਣੇ ਇਹ ਪ੍ਰੋਡਕਟਸ ਜਿਹੜੇ ਬੁਸ਼ਰਾ ਨੇ ਦੱਸੇ ਹੈਗੇ ਕੈਨ ਯੂਜ਼ ਇਟ ਐਂਡ ਅੱਜ ਤੋਂ ਹੀ ਆਪਣਾ ਟਰਾਈ ਕਰੋ। ਐਂਡ ਸੋ ਵੀ ਕੈਨ ਨੈਕਸਟ ਵੀਕ ਤੱਕ ਤੁਹਾਡੀ ਸਕਿਨ ਜਿਹੜੀ ਹੈ, ਕਿੰਨੀ ਕੁ ਵਾਰ ਤੁਸੀਂ ਯੂਜ਼ ਕਰ ਸਕਦੇ ਹੋ ਪ੍ਰੋਡਕਟ ਜਦੋਂ ਤੁਸੀਂ ਆਪਣੇ ਫੇਸ ਮਾਸਕ ਵਗੈਰਾ ਯੂਜ਼ ਕਰਦੇ ਹੋ? ਇਜ਼ ਇਟ ਵਨਸ ਅ ਡੇ ਔਰ ਵਨਸ ਅ ਵੀਕ ਔਰ ਟਵਾਈਸ ਅ ਵੀਕ? ਕਿੰਨੇ ਟਾਈਮ 'ਚ ਤੁਸੀਂ ਯੂਜ਼ ਕਰਨਾ ਹੁੰਦਾ? ਅਗਰ ਤੁਹਾਡੀ ਸਕਿਨ ਨੋਰਮਲ ਟੂ ਡਰਾਈ ਹੈ ਜੀ, ਤੁਸੀਂ ਵਨਸ ਅ ਵੀਕ ਮਾਸਕ ਵਗੈਰਾ ਕਰ ਸਕਦੇ ਹੋ। ਜੋ ਸਟੀਮਿੰਗ ਹੈ ਵਨਸ ਅ ਮੰਥ। ਵਨਸ ਅ ਮੰਥ। ਅਗਰ ਪ੍ਰੋਬਲਮੈਟਿਕ ਸਕਿਨ ਹੈ ਤੇ ਤੁਸੀਂ ਹਰ ਤੀਸਰੇ ਹਫਤੇ ਸਟੀਮ ਲੈ ਲਵੋ। then weekly masks ਬਹੁਤ ਅੱਛੇ ਨੇ। ਓਕੇ, ਸੋ ਮਾਸਕ ਜਿਹੜਾ ਵੀਕਲੀ ਠੀਕ ਹੈ ਇਨ ਐਵਰੇਜਲੀ, ਐਂਡ ਸਟੀਮ ਜਿਹੜੀ ਹੈ ਵਨਸ ਅ ਮੰਥ ਇਜ਼ ਬੈਟਰ, ਇਜ਼ਨਟ ਇਟ, ਟੂ ਬੀ ਸੇਫ ਸਾਈਡ ਤੇ ਅਗਰ ਅਸੀਂ ਕਹੀਏ। ਸੋ ਦੋਵੇਂ ਜਿਹੜੇ ਆ ਤੁਸੀਂ ਇਟਸ ਨਾਟ, ਨਾਲੇ ਟਾਈਮ ਵੀ ਥੋੜਾ ਹੈਗਾ, ਇਟ ਡਸਨਟ ਟੇਕ ਦੈਟ ਲੌਂਗ ਮਿਕਸ ਕਰਕੇ ਤੁਸੀਂ ਹਜੇ ਨਾਲੇ ਤੁਹਾਨੂੰ you can have a spa day at home if you wanted to। ਇੱਕ ਆਪਣਾ ਦਿਨ ਅਰੇਂਜ ਕਰ ਲਓ ਵੀ ਸੈਟਰਡੇ ਸੰਡੇ ਔਰ ਫਰਾਈਡੇ, ਨਹੀਂ ਤੇ ਕਈਆਂ ਦੇ ਤੇ ਇਟਸ ਟਾਈਮ, ਹੋਲ ਟਾਈਮ ਹੀ ਟਾਈਮ ਹੈ ਅੱਜ ਕੱਲ੍ਹ। ਸੋ ਯੂ ਕੈਨ ਮੇਕ 1 hour ਇਨ ਅ ਡੇ ਕਿ ਮੈਂ ਆਪਣੀ ਬਿਊਟੀ ਥੈਰੇਪੀ ਅੱਜ ਆਪਣੇ ਆਪ ਕਰਨੀ ਹੈਗੀ ਹੈ, ਵਟ ਐਵਰ ਇਜ਼ हेयर करने हैं, नेल्स करने हैं, और एनीथिंग टू डू विद योर आईज एंड लेग्स, फीट, जो भी है। इट्स वन डे, 1 hour is not enough, isn't it? Or we need more hours? half a day। half a day ਪੈਂਪਰਿੰਗ ਕਰ ਰਹੇ ਹੋ, ਕਹਿ ਲਓ ਕਿ ਤੁਸੀਂ ਜੈਲ ਨੇਲਸ ਕਰਨਾ ਚਾਹੁੰਦੇ ਹੋ ਘਰ ਦੇ ਵਿੱਚ, ਹੁਣ ਤੁਸੀਂ ਕਹਿ ਲਓ ਹਰ ਕਿਟ ਤੁਹਾਨੂੰ ਮਿਲਦੀ ਹੈ, ਤੁਸੀਂ ਚੀਜ਼ਾਂ ਲੈ ਕੇ ਘਰ ਕਰ ਸਕਦੇ ਹੋ। ਪੈਂਪਰ ਪਾਰਟੀ ਨਾਈਟ ਕਰ ਸਕਦੇ ਹੋ ਆਪਣੇ ਬੱਚਿਆਂ ਦੇ ਨਾਲ। ਮੈਂ ਆਪਣੀ ਬੱਚੀ ਦੇ ਨਾਲ ਕਰ ਲੈਂਦੀ ਹੁੰਦੀ ਹਾਂ। That's the best thing to do। And if your partner is interested in it, then you can do it on him and he can do it on you। So it's nice, and I think it's bonding time as well। Yeah, that's true। Or a family, like ਬੱਚੇ ਵੀ, husband ਵੀ, all together enjoy, use the products, see ਕਿ ਕਿਹਦੇ ਤੇ ਜ਼ਿਆਦਾ better ਲੱਗਦਾ, or certain things। So it's nice to, in a way, ਜਿੱਦਾਂ ਕਰੋਨਾ ਵਾਇਰਸ ਜਿਹੜਾ ਟਾਈਮ ਹੈ, ਇਟਸ ਗਿਵਿੰਗ ਲੋਟ ਆਫ opportunity to do lot of things as well। ਜਿੱਥੇ ਆਪਾਂ ਸੋਚਦੇ ਆ ਵੀ ਅਸੀਂ ਘਰਾਂ ਦੇ ਵਿੱਚ ਹੈਗੇ ਆ, ਉੱਥੇ if you go on YouTube, ਕਿੰਨੇ ਪ੍ਰੋਡਕਟਸ ਹੈਗੇ ਜਿਹੜੇ ਅਸੀਂ ਘਰ ਬੈਠੇ ਟਰਾਈ ਕਰ ਸਕਦੇ ਹਾਂ। ਹੋਮ ਰੈਮੇਡੀਜ਼ ਜਿਹੜੀਆਂ YouTube ਤੇ ਅਗਰ ਤੁਸੀਂ ਦੇਖੀ ਅਸੀਂ, ਤੇ ਇਟਸ ਮੈਨੀ ਆਈ ਮੀਨ ਤੁਸੀਂ ਫੇਸ਼ੀਅਲ ਦਾ ਹੀ ਪਾ ਲਓ ਤੇ ਉੱਥੇ ਹੋਮ ਰੈਮੇਡੀਜ਼ ਦੀ ਲਿਸਟ ਆ ਜਾਂਦੀ ਹੈ, ਐਂਡ ਯੂ ਕੈਨ ਟਰਾਈ। ਬੁਸ਼ਰਾ ਨੇ ਜਿਹੜੇ ਦੱਸਿਆ, ਦੈਟਸ ਬੈਸਟ ਇਜ਼ ਵੈਲ, ਬਿਕੋਜ਼ ਉਹਦੇ ਵਿੱਚ ਹੈਗਾ ਕਿ ਸਾਰੇ ਪ੍ਰੋਡਕਟ ਸਾਡੇ ਘਰ ਨੇ। ਐਬਸੋਲੂਟਲੀ, ਕਿਚਨ ਦਾ ਸਿਰਫ ਦਰਵਾਜ਼ਾ ਖੋਲੋ ਤੇ ਆਪਣੀ ਥੈਰੇਪੀ ਸਟਾਰਟ ਕਰ ਲਓ ਆਪਣੀ। ਚੱਲਾਂਗੇ ਜਿੱਦਾਂ ਕਿ ਐਜ਼ ਵੀ ਗਰੋ ਓਲਡਰ, ਹੈ ਨਾ, ਜਿੱਦਾਂ ਤੁਸੀਂ ਆਪਣਾ ਮੈਂਸ਼ਨ ਕੀਤਾ ਵੀ ਯੂ ਗੋ ਪ੍ਰੋਡਕਟ ਇਜ਼ ਵੈਲ, ਏਜਿੰਗ ਦੇ ਹਿਸਾਬ ਦੇ ਨਾਲ ਅਸੀਂ ਗਰੋ ਆਪ ਵੀ ਹੁੰਦੇ ਆ, ਐਂਡ ਦੇਰ ਇਜ਼ ਸਟੇਜਿਸ ਇਨ ਵੂਮਨਸ ਲਾਈਫ, ਜਿੱਦਾਂ ਮੈਨੋਪੌਜ਼ ਦੀ ਆਪਾਂ ਗੱਲ ਕੀਤੀ, ਉਹਦੇ ਵਿੱਚ ਸਕਿਨ ਜਿਹੜੀ ਹੈ ਬੁਸ਼ਰਾ ਕਾਫੀ ਡਰਾਈ ਹੋ ਜਾਂਦੀ ਹੈ। ਡਰਾਈ ਸਕਿਨ ਦੇ ਲਈ ਜਿਹੜਾ ਹੈਗਾ ਕਿ ਤੁਸੀਂ ਅਗਰ ਘਰ ਕੋਈ ਮੋਇਸਚਰਾਈਜ਼ਰ ਬਣਾਉਣਾ ਹੋਏ ਤੇ ਉਹ ਕਿਸ ਤਰੀਕੇ ਦੇ ਨਾਲ ਬਣਾ ਸਕਦੇ ਹੋ? ਤੁਸੀਂ, ਟੂ ਬੀ ਓਨੈਸਟ, ਕੋਕੋਨਟ ਆਇਲ ਇਜ਼ ਸਪੋਜ਼ਡ ਟੂ ਬੀ ਵੈਰੀ ਗੁੱਡ। ਸੋ ਕੋਕੋਨਟ ਆਇਲ ਜਾਂ ਤੁਸੀਂ ਮੋਇਸਚਰਾਈਜ਼ਰਸ, ਟੂ ਬੀ ਓਨੈਸਟ ਮੈਂ ਹੁਣ ਇੱਕ ਜ਼ਮਾਨੇ 'ਚ ਬਣਾ ਲੈਂਦੀ ਸੀ, ਲੇਕਿਨ ਹੁਣ ਮੈਂ ਬਣਾਉਂਦੀ ਨਹੀਂ ਹਾਂ। ਬਟ ਹਰ ਚੀਜ਼ ਪ੍ਰੋਡਕਟਸ ਬਾਹਰ ਮਿਲ ਜਾਂਦੇ ਨੇ। So I would say that if you want to use just oils, you can use oils in your existing moisturizers। ਉਹ ਤੁਹਾਨੂੰ ਜ਼ਿਆਦਾ ਲੀਵੇ ਦੇ ਦਿੰਦੇ ਨੇ, ਜ਼ਿਆਦਾ ਕਹਿ ਲਓ ਕਿ lubrication ਦੇ ਦਿੰਦੇ ਨੇ। So it actually penetrates deeper into your skin। ਸੋ ਓਇਲ ਇਜ਼, ਕੋਕੋਨਟ ਦੇ ਵੈਸੇ ਕਾਫੀ ਫਾਇਦੇ ਵੀ ਦੱਸੇ ਜਾਂਦੇ ਹੈਗੇ ਕਿ ਕੋਕੋਨਟ ਓਇਲ ਜਿਹੜਾ ਹੈਗਾ ਸਾਡੀ ਸਕਿਨ ਦੇ ਲਈ ਨਹੀਂ, ਸਮ ਪੀਪਲ ਹੈਵ ਟੇਕਨ ਇਨ ਐਜ਼ ਵੈਲ। ਜਿਹੜੇ ਪ੍ਰੋਡਕਟਸ ਹੁੰਦੇ ਆ ਕੈਪਸੂਲ ਦੇ ਤੌਰ ਤੇ ਵੀ, ਕੋਕੋਨਟ ਕੈਪਸੂਲ ਵੀ ਮਿਲ ਜਾਂਦੇ ਆ ਟੂ ਟੇਕ ਇਨ ਇਜ਼ ਵੈਲ। ਸੋ ਬ੍ਰੇਨ ਦੇ ਲਈ ਇਹਦੇ 'ਚ ਵਿਟਾਮਿਨ ਈ ਵਗੈਰਾ ਹੋਰ ਪਤਾ ਨਹੀਂ ਕੀ ਹੈ, ਬਟ ਬੇਸਿਕ ਇਨਫੋਰਮੇਸ਼ਨ ਹੈ ਕਿ ਜਿਹੜੇ ਹੈਗੇ ਆ ਕੋਕੋਨਟ ਓਇਲ ਇਜ਼ ਗੁੱਡ ਇਜ਼ ਵੈਲ। ਜੇਕਰ ਤੁਹਾਡੀ ਡਰਾਈ ਸਕਿਨ ਹੈਗੀ ਹੈ, ਜਿੱਦਾਂ ਬੁਸ਼ਰਾ ਜੀ ਨੇ ਦੱਸਿਆ, ਤੁਸੀਂ ਕੋਕੋਨਟ ਓਇਲ ਦੀ ਮਸਾਜ ਕਰ ਸਕਦੇ ਹੋ। ਸੋ ਚੱਲਦੇ ਹਾਂ ਲਿਪਸ ਵੱਲ। ਲਿਪਸ ਬਹੁਤ ਡਰਾਈ ਹੋ ਜਾਂਦੇ ਆ ਸਾਡੇ, ਐਜ਼ ਅ ਵਿੰਟਰ ਇਜ਼ ਹੇਅਰ। ਲਿਪ ਸਕਰਬ ਜਾਂ ਕੁਛ ਲਿਪਸ ਨੂੰ ਬਿਹਤਰ ਬਣਾਉਣ ਲਈ ਅਸੀਂ
ਅਸੀਂ ਕੀ ਹੈ ਸਮਾਈਲ ਸਾਡੀ ਚੰਗੀ ਲੱਗੇ ਬੇਸਿਕਲੀ ਔਰ ਲਿਪਸਟਿਕ ਦੀ ਐਪਲੀਕੇਸ਼ਨ ਅੱਛੀ ਹੋਵੇ ਦੈਟਸ ਇਟ ਬਿਕੋਜ਼ ਜਦੋਂ ਡਰਾਈ ਲਿਪਸ ਹੁੰਦੇ ਆ ਐਂਡ ਤੁਸੀਂ ਲਿਪਸਟਿਕ ਵੀ ਲਾ ਲਓ ਫਿਰ ਵੀ ਯੂ ਨੋ ਆਈ ਗੈਟ ਦੈਟ ਪ੍ਰੋਬਲਮ ਇਜ਼ ਵੈਲ ਸੋ ਮੈਂ ਜਾਣਨਾ ਚਾਹਾਂਗੀ ਕਿ ਲਿਪਸ ਜਿਹੜੇ ਆ ਇੱਕਦਮ ਮੋਇਸਚਰਾਈਜ਼ ਐਂਡ ਯੂ ਨੋ ਲੁਕਿੰਗ ਵੈਰੀ ਨਾਈਸ ਯੂ ਨੋ ਵਧੀਆ ਲੱਗਣ ਕਿਸ ਤਰੀਕੇ ਦੇ ਨਾਲ ਨੰਬਰ 1 ਤੁਸੀਂ ਕਰ ਸਕਦੇ ਹੋ ਕਿ ਬਾਹਰ ਦਾ ਪ੍ਰੋਡਕਟ ਯੂਜ਼ ਕਰ ਸਕਦੇ ਹੋ ਜੋ ਚਪਸਟਿਕਸ ਮਿਲਦੀਆਂ ਨੇ ਅਗਰ ਮੈਂ ਯੂਜ਼ ਕਰਾਂ ਤਾਂ ਮੈਂ ਹਮੇਸ਼ਾ ਐਲੋਵੀਰਾ ਦਾ ਯੂਜ਼ ਕਰਨੀ ਆ ਬਿਕੋਜ਼ ਐਲੋਵੀਰਾ ਇਜ਼ ਵੈਰੀ ਸੂਦਿੰਗ ਉਹਦਾ ਬਲਕਿ ਤਾਂ ਮੈਂਸ਼ਨ ਕਰਨਾ ਮੈਂ ਭੁੱਲ ਗਈ ਕਿ ਅਗਰ ਤੁਹਾਡਾ ਡੀਹਾਈਡਰੇਟਿਡ ਹੋਏ ਹੈ ਨਾ ਸਕਿਨ ਤੇ ਤੁਸੀਂ ਐਲੋਵੀਰਾ ਦਾ ਕਿਹੜੇ ਪਲਾਂਟਸ ਨੇ ਉਹਦੇ ਵਿੱਚੋਂ ਐਲੋਵੀਰਾ ਦਾ ਪੱਤਾ ਲੈ ਕੇ ਉਹਨੂੰ ਮੈਸ਼ ਕਰੋ cucumber ਦੇ ਨਾਲ and leave that on your face for 15-20 minutes. I love aloe vera. That's my favorite product. Honest to God, it is a lot of hydration. It gives a lot of hydration to your skin. So अगर ਤੁਹਾਨੂੰ ਕਦੀ ਐਸਾ ਲੱਗੇ ਨਾ ਕਿ ਮੈਂ ਡਲ ਵੀ ਲੱਗ ਰਹੀ ਹਾਂ ਜਾਂ ਗਲੋ ਨਹੀਂ ਹੈਗਾ ਬਟ ਹਾਂ ਇਰੀਟੇਟਿੰਗ ਸਕਿਨ ਹੋ ਗਈ ਹੈ ਕੋਈ ਐਸਾ ਚੀਜ਼ ਤੁਸੀਂ ਲਾ ਬੈਠੇ ਹੋ ਕਿ ਤੁਹਾਡਾ ਕਹਿ ਲਓ ਕਿ ਸਕਿਨ ਇਰੀਟੇਟ ਹੋ ਗਈ ਹੈ ਲਾਲੀ ਤੇ ਆ ਗਈ ਹੈ ਤੁਹਾਡੀ ਸਕਿਨ ਤੁਸੀਂ ਇਹ ਦੋ ਚੀਜ਼ਾਂ ਨੂੰ ਮੈਸ਼ ਕਰਕੇ ਲਾਓ ਤੇ ਤੁਸੀਂ ਦੇਖਣਾ ਸੋ ਕਿਊਕੰਬਰ ਐਂਡ ਐਲੋਵੇਰਾ ਜੈਲ ਜਿਹੜੀ ਹੈਗੀ ਆ ਬੈਕ ਟੂ ਯੂਰ ਲਿਪ ਕੁਐਸਚਨ ਤੁਸੀਂ 1 ਟੀਸਪੂਨ ਹਨੀ ਔਰ 2 ਟੀਸਪੂਨ ਸ਼ੂਗਰ ਉਹਨੂੰ ਤੁਸੀਂ ਮਿਕਸ ਕਰਕੇ ਤੁਸੀਂ ਆਪਣੇ ਲਿਪਸ ਦੇ ਉੱਤੇ ਲਗਾਓ ਉਹਨੂੰ ਥੋੜਾ ਜਿਹਾ ਕਹਿ ਲਵੋ ਕਿ ਸਟੀਮੂਲੇਟ ਕਰੋ ਔਰ 10 ਮਿੰਟ ਰਹਿਣ ਦਿਓ ਉਹਦੇ ਬਾਅਦ ਜੋ ਨੀਮ ਗਰਮ ਪਾਣੀ ਦੇ ਨਾਲ ਤੁਸੀਂ ਸਾਫ਼ ਕਰ ਲਵੋ ਇਹ ਤੁਹਾਡੀ ਐਕਸਫੋਲੀਏਸ਼ਨ ਹੋ ਗਈ you can do it 2 to 3 times a week ਅਗਰ ਤੁਹਾਨੂੰ ਜ਼ਰੂਰਤ ਪਵੇ ਅਗਰ ਫਰਜ਼ ਕਰੋ ਕਿ ਤੁਹਾਨੂੰ ਟਾਈਮ ਦੀ ਕਮੀ ਹੈ ਔਰ ਤੁਹਾਨੂੰ ਪਤਾ ਕਿ ਤੁਸੀਂ ਹਾਲੇ ਮੇਕਅਪ ਕਰਨਾ ਹੈ ਔਰ ਤੁਹਾਡੇ ਡਰਾਈ ਸਕਿਨ ਆ ਗਈ ਹੋਈ ਹੈ when you do your toothbrush ਉਸ ਵਹੀ ਟੂਥਬ੍ਰਸ਼ ਤੁਸੀਂ ਆਪਣੇ ਲਿਪਸ ਦੇ ਉੱਤੇ ਰਬ ਕਰ ਦੇਣਾ ਵੇ ਐਕਸਫੋਲੀਏਟ ਹੋ ਜਾਏਗਾ That's a good one and so brush ਦੇ ਨਾਲ ਤੁਸੀਂ lips ਵੀ brush ਕਰ ਦਿੰਦੇ ਆ that's a good idea actually you know ਜਿਹੜਾ ਤੁਸੀਂ actually ਕਿਉਂਕਿ ਤੁਸੀਂ ਫਰਜ਼ ਕਰੋ ਤੁਸੀਂ ਹੁਣ ਬਾਥਰੂਮ ਚਲੇ ਗਏ ਹੋ ਹੁਣ ਤੁਸੀਂ ਸੋਚ ਰਹੇ ਹੋ ਕਿ ਉਹ ਮੈਂ ਨੀਚੇ ਜਾਊਂਗੀ ਇਹ ਕਰੂੰਗੀ ਤੁਸੀਂ ਕਹਿੰਦੇ ਨਹੀਂ ਓਕੇ ਦੰਦ ਸਾਫ਼ ਤੁਸੀਂ ਕਰਨੇ ਹੀ ਕਰਨੇ ਨੇ so in the end just do the same brush over your lips and it exfoliates it beautifully ਟੂਨਰ ਨੈਕਸਟ ਟੂਨਰ ਕਿੱਦਾਂ ਕਰਨਾ ਆਪਣੀ ਸਕਿਨ ਨੂੰ ਲਿਪਸ ਦਾ ਤਾਂ ਹੋ ਗਿਆ ਜਿਹੜੀ ਸਕਿਨ ਹੈ ਸਾਡੀ ਟੂਨਰ ਹੋਏ ਟੋਨਰ ਕਰਨਾ ਅੱਛੀ ਗੱਲ ਹੈ ਟੋਨਰ ਜ਼ਰੂਰੀ ਹੈ it actually helps to put an extra layer on your skin after mouth ਧੋ ਕੇ so it protects your skin after cleansing and it also ਅਗਰ ਤੁਹਾਡਾ ਕੋਈ residue ਰਹਿ ਗਿਆ ਵੇ ਜਿਸ ਵਕਤ ਤੁਸੀਂ ਆਪਣਾ ਮੂੰਹ ਦੀ ਵਾਸ਼ ਕੀਤੀ ਹੈ ਤੇ ਟੋਨਰ ਉਸ residue ਨੂੰ ਉਤਾਰ ਦਿੰਦਾ ਵੇ also ਅਗਰ ਜਿਹਨਾਂ ਦੇ ਪੋਜ਼ enlarged ਪੋਜ਼ ਨੇ ਔਰ ਉਹਨਾਂ ਨੂੰ ਮਿਨੀਮਾਈਜ਼ ਕਰਨਾ ਚਾਹੁੰਦੇ ਨੇ ਤੇ ਟੋਨਰ ਦਾ ਇਸਤੇਮਾਲ ਕਰਨਾ ਬਹੁਤ ਅੱਛੀ ਗੱਲ ਹੈ ਘਰ ਬੈਠੇ ਅਗੇਨ ਤੁਸੀਂ ਬਣਾ ਸਕਦੇ ਹੋ okay let me just think okay one green tea ਦਾ ਕਾਵਾ ਤੁਸੀਂ ਕੱਢੋ green tea ਉਹਦੇ ਵਿੱਚ ਕੁਝ 6 to 7 drops ਤੁਸੀਂ tea tree oil ਦੇ ਡਾਲ ਦਵੋ ਜਿਸ ਵਕਤ ਕਾਵਾ ਕੂਲ ਡਾਊਨ ਹੋ ਜਾਵੇ ਕਿੰਨਾ ਕੁ ਚਾਹੀਦਾ ਹੈ ਕਾਵਾ ਇਜ਼ੀ ਇੱਕ ਕੱਪ ਦੇ ਹਿਸਾਬ ਹਾਂਜੀ ਇੱਕ ਕੱਪ ਕਿਉਂਕਿ ਉਹ ਕਾਫੀ ਦੇਰ ਚੱਲੇਗਾ ਕਿੰਨੀ ਦਫਾ ਤੁਸੀਂ ਸਪ੍ਰਿਟਸ ਕਰੋਗੇ ਦਿਨ ਵਿੱਚ 2 ਦਫਾ ਕਰੋਗੇ ਸਵੇਰ ਦਾ ਕਲੈਂਸਿੰਗ ਐਂਡ ਸ਼ਾਮ ਦਾ ਕਲੈਂਸਿੰਗ ਤੇ ਬਾਅਦ ਤੁਸੀਂ ਸਪ੍ਰਿਟਸ ਕਰ ਦੇਣਾ ਵੇ ਜਾਂ ਤੁਸੀਂ ਕਾਟਨ ਪੈਡ ਦੇ ਨਾਲ ਲਾ ਕੇ ਤੁਸੀਂ ਲਾ ਦੇਣਾ ਵੇ ਉਹ ਤੁਹਾਡੀ ਜਿਹਨਾਂ ਦੀ ਕੰਬੀਨੇਸ਼ਨ ਸਕਿਨ ਹੈ ਐਂਡ ਆਇਲੀ ਸਕਿਨ ਹੈ ਇਹ ਵਾਲਾ ਟੋਨਰ ਉਹਨਾਂ ਦੇ ਵਾਸਤੇ ਅੱਛਾ ਹੈ so tea tree drops ਜਿਹੜੇ ਆ ਕਿੰਨੇ 6 to 7 drops and tea green tea like ਇੱਕ bag ਉਹ ਕਰਕੇ ਤੁਸੀਂ ਉਹ ਤੁਹਾਡਾ ਆਇਲੀ ਸਕਿਨ ਵਾਸਤੇ ਜਾਂ ਕੰਬੀਨੇਸ਼ਨ ਸਕਿਨ ਦਾ ਹੋ ਗਿਆ ਦੂਸਰਾ ਅਗਰ ਤੁਹਾਡਾ ਡਰਾਈ ਸਕਿਨ ਹੈ ਤੁਸੀਂ ਰੋਜ਼ ਪੈਟਲਸ ਕਿਸ ਨੂੰ ਰੋਜ਼ ਪੈਟਲਸ ਨਹੀਂ I just love the smell of it so get fresh rose petals ਜੀ ਉਹਨੂੰ ਤੁਸੀਂ ਦੇਸ਼ਕੀ ਜਾਂ ਛੋਟੇ ਪੈਨ ਦੇ ਵਿੱਚ ਰੱਖੋ 2 ਗਲਾਸ ਪਾਣੀ ਪਾ ਦਿਓ ਜਾਂ 3 ਪਾ ਦਿਓ ਡਿਪੈਂਡਸ ਕਰਦਾ ਕਿੰਨਾ ਤੁਸੀਂ ਕਾੜਨਾ ਚਾਹੁੰਦੇ ਹੋ ਤੇ ਉਹਦੇ ਬਾਅਦ ਜਿਸ ਵਕਤ ਤੁਹਾਨੂੰ ਪਤਾ ਚੱਲੇ ਕਿ ਉਹ ਆਪਣਾ ਰੰਗ ਛੱਡ ਰਿਹਾ ਵੇ ਪਾਣੀ ਦੇ ਵਿੱਚ ਉਹਨੂੰ ਕੂਲ ਡਾਊਨ ਕਰ ਦਿਓ ਆਫਟਰ 15 ਮਿੰਟਸ ਜਿਸ ਵਕਤ ਉਹ ਪਾਣੀ ਕੂਲ ਡਾਊਨ ਹੋ ਗਿਆ ਵੇ ਉਹਦੇ ਵਿੱਚ ਤੁਸੀਂ ਕਿਹੜਾ ਰੰਗ ਅਸੀਂ jojoba oil pronunciation jojoba ਵੈਸੇ ਲਿਖਿਆ ਜਾਂਦਾ ਵੀ jojoba but pronounce ਕਰਦੇ ਨੇ jojoba so ਉਹਦੇ oils again 6 to 7 drops ਡਾਲ ਦਵੋ
ਉਹ ਤੁਹਾਡੀ ਡਰਾਈ ਸਕਿਨ ਵਾਸਤੇ ਟੂ ਗਿਵ ਯੂ ਅ ਗਲੋ ਔਨ ਯੂਰ ਸਕਿਨ ਇਟਸ ਵੈਰੀ ਵੈਰੀ ਗੁੱਡ। ਸੋ ਟਿਊਨਰ ਦੀ ਵੀ ਗੱਲ ਹੋ ਗਈ, ਫੇਸ ਮਾਸਕ ਦੀ ਤਾਂ ਆਪਾਂ ਗੱਲ ਕਰ ਲਈ ਸੀ ਕਿ ਸੈਂਸਿਟਿਵ ਸਕਿਨ ਦਾ ਵੀ ਤੁਸੀਂ ਦੱਸਦਾ ਸੀਗਾ, ਆਇਲੀ ਸਕਿਨ ਦਾ ਵੀ ਦੱਸਦਾ ਸੀ ਸਟਾਰਟਿੰਗ ਦੇ ਵਿੱਚ ਹੀ, ਸੋ ਯੂ ਆਰ ਅਪ ਟੂ ਡੇਟ ਨਾ। ਸੋ ਹੇਅਰ ਮਾਸਕ ਵੀ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਸਪੈਸ਼ਲੀ ਵਿੰਟਰ ਟਾਈਮ 'ਚ ਸਾਡੇ ਹੇਅਰ ਡਰਾਈ ਇਹ ਵਾਲੀ ਚੀਜ਼ ਮੈਂ ਆਪ ਘਰ ਕਰਨੀ ਆ, ਬਾਹਰੋਂ ਵੀ ਲੈਣੀ ਆ ਜੀ। I do like macadamia ਦਾ oil, ਉਹਦਾ ਵੀ ਮੈਂ ਕਰ ਲੈਂਦੀ ਹਾਂ, ਬਟ ਘਰ ਕਿਹੜਾ ਮੈਂ ਬਣਾਉਂਦੀ ਹਾਂ, ਉਹ ਬਣਾਉਂਦੀ ਹਾਂ ਐਡਵੋਕਾਡੋ, ਐਂਡ ਮੇਰੇ ਹੇਅਰ ਡਰਾਈ ਨੇ, ਸ਼ੁਰੂ ਤੋਂ ਬਹੁਤ ਡਰਾਈ ਨੇ, ਸੋ ਮੈਂ ਤਾਂ ਕਈ ਦਫਾ ਕਿਹੜੇ ਐਫਰੋ ਹੇਅਰ ਦਾ ਪ੍ਰੋਡਕਟ ਹੁੰਦਾ ਉਹ ਵੀ ਲਾ ਲਵਾਂ ਤੇ ਉਹ ਬਿਹਤਰ ਮੈਨੂੰ ਸੂਟ ਕਈ ਦਫਾ ਕਰ ਜਾਂਦਾ, ਲੇਕਿਨ ਘਰ ਅਗਰ ਮੈਂ ਮੈਸ਼ ਕਰਨ ਲੱਗੀ ਹਾਂ ਇੱਕ ਐਡਵੋਕਾਡੋ ਇੱਕ ਬਨਾਨਾ अच्छी तरह मैश कर लो, दैट्स सो गुड फॉर ड्राई हेयर, सो गुड। अगर फ्रिजी हेयर ने, फ्लाई अवे हेयर ने, इट्स रियली नाइस फॉर हिम। सो एक एवोकाडो ते एक बनाना ਉਹਨੂੰ ਚੰਗੀ ਤਰ੍ਹਾਂ ਕਰਕੇ ਸਕ੍ਰਬਿੰਗ ਯੂਰ ਹੇਅਰ, ਮਸਾਜ ਕਰਨੀ ਹੈ, ਮਸਾਜ ਕਰਨੀ ਤੇ ਕਿੰਨੀ ਦੇਰ ਤੱਕ ਉਹਨਾਂ ਨੂੰ ਛੱਡਣਾ ਹੈ? ਹਾਊ ਲੌਂਗ ਯੂ ਹੈਵ ਟੂ ਲੀਵ ਇਟ? ਘੰਟੇ ਵਾਸਤੇ ਤੇ ਬਹੁਤ ਨਾਈਸ ਹੈ, ਯੈਸ। ਓਕੇ, ਐਂਡ ਟੂ ਗੈਟ ਦ ਬੈਸਟ ਰਿਜ਼ਲਟ I normally what I do is ਕਿ ਮੈਂ ਲਗਾ ਕੇ ਨਾ ਬਾਲਾਂ ਨੂੰ ਕਲਿੰਗ ਫਿਲਮ ਉੱਤੇ ਚੜਾ ਲੈਂਦੀ ਹਾਂ। Oh my God. Cling film, Okay. and you leave it because it retains the heat there. Okay. And it's moisturizing the hair. So you can do that. So you leave it for overnight or? नहीं घंटे वास्ते okay. अगर बहुत ज़्यादा damaged वाल ने तो तुसी करके सो भी सकते हो और सुबह धो लवो, लेकिन इस तरह आजकल तो ज़्यादा बहुत मिनिमम 2 घंटे तुसी रख लो, ज़्यादा ਤੁਹਾਨੂੰ ਲੱਗਦਾ ਹੈ ਤੇ ਸੋ that's a very good as well. Avocado, banana, all available at home as well. So teeth whitening ਦੀ ਬਹੁਤ ਰੈਮੇਡੀਜ਼ ਹੁੰਦੀਆਂ YouTube ਤੇ, I wanted to hear from you ਕਿ ਤੁਸੀਂ ਕਿਸ ਤਰੀਕੇ ਦੇ ਨਾਲ, ਲਿਪਸ ਵੀ ਸਾਡੇ ਵਧੀਆ ਹੋ ਗਏ ਨੇ ਹੁਣ, ਜਿਹੜੇ ਦੰਦ ਅਸੀਂ ਦਿਖਾਣੇ ਆ ਉਹ ਵੀ ਵਧੀਆ ਹੋਣੇ ਚਾਹੀਦੇ ਆ, ਸੇ ਯੂ ਨੋ when we smile. So ਦੰਦਾਂ ਵਾਸਤੇ ਨੰਬਰ 1 ਤੁਸੀਂ ਬਾਹਰ ਦਾ ਪ੍ਰੋਡਕਟ ਲੈ ਸਕਦੇ ਹੋ ਜੋ ਕਿ ਚਾਰਕੋਲ ਹੈ। ਚਾਰਕੋਲ ਪਾਊਡਰ ਤੁਸੀਂ ਖਰੀਦ ਲਵੋ, ਉਹਦੀ ਤੁਸੀਂ ਪਾਣੀ ਦੇ ਵਿੱਚ ਪੇਸਟ ਬਣਾ ਲਵੋ, ਉਹਨੂੰ ਤੁਸੀਂ ਅੱਛੀ ਤਰ੍ਹਾਂ ਦੰਦ ਟੂਥਬ੍ਰਸ਼ ਦੇ ਨਾਲ ਤੁਸੀਂ massage it on your teeth. Okay. Leave it for a few minutes, probably 5 minutes the most. ਤੁਸੀਂ ਹਫਤੇ 'ਚ 1-2 ਦਫਾ ਕਰ ਸਕਦੇ ਹੋ। ਇਹ ਤੁਹਾਡਾ ਨੰਬਰ 1। ਨੰਬਰ 2 ਤੁਸੀਂ ਐਕਚੁਅਲੀ ਜੋ ਬਨਾਨਾ ਦਾ ਛਿਲਕਾ ਨਹੀਂ ਹੁੰਦਾ, ਬਨਾਨਾ ਦਾ ਛਿਲਕਾ ਤੁਸੀਂ ਰਬ ਕਰੋ ਆਪਣੇ ਟੀਥਸ ਦੇ ਉੱਤੇ, ਬਲਕਿ ਉਹਨੂੰ ਕੱਟ ਪੀਸ ਕਰ ਲਓ ਤਾਂ ਕਿ ਤੁਸੀਂ ਅੰਦਰ ਵੀ ਕਰ ਸਕੋ। So sideways, front, sideways again, and that actually helps to whiten your teeth. Wow, that's it. Very easy. Banana खा के भी यूज हो जाता। सो बुशरा ਇਹ ਤਾਂ ਬਹੁਤ ਕਹਿੰਦੇ ਕਿ ਆਮ ਕੇ ਆਮ ਗੁਠਲੀਆਂ ਕੇ ਦਾਮ, ਇੱਕ ਕਹਾਵਤ ਹੈਗੀ ਹੈ। ਸੋ ਕੇਲਾ ਤੇ ਕੇਲੇ ਦੇ ਛਿਲਕੇ ਦੇ ਵੀ ਸੋ ਇਹ ਹੋ ਗਏ ਸਾਡੇ ਟੀਥ। ਨਾ ਜਦੋਂ ਅਸੀਂ ਮੇਕਅਪ ਰਿਮੂਵਰ ਐਜ਼ ਏ ਯੂਜ਼ ਕਰਨਾ ਹੋਏ, ਕਿਹੜੇ ਹੋਮ ਪ੍ਰੋਡਕਟਸ ਜਿਹੜੇ ਹੈ ਘਰ ਦੇ ਵਿੱਚ ਅਸੀਂ ਆਪਣੇ ਕਲੀਨਿੰਗ ਦੇ ਵਾਸਤੇ ਯੂਜ਼ ਕਰ ਸਕਦੇ ਹਾਂ ਮੇਕਅਪ ਉਤਾਰਨ ਦੇ ਲਈ? Makeup ਉਤਾਰਨ ਵਾਸਤੇ, to be honest, it's I have in the past used glycerin. Okay. So ਕਿਉਂਕਿ ਉਹਦੇ ਵਿੱਚ ਕਾਫੀ ਕਹਿ ਲਵੋ ਕਿ ਸਲਿਪ ਹੁੰਦੀ ਹੈ, ਹਾਂਜੀ, ਉਹ ਯੂਜ਼ ਕੀਤਾ, ਸਾਬਣ ਯੂਜ਼ ਕੀਤਾ, ਅਗਰ ਪ੍ਰੋਡਕਟਸ ਨਹੀਂ ਹੈਗੇ ਉਹ ਵੀ ਯੂਜ਼ ਕੀਤਾ ਵੇ। I will be honest with you ਕਿ ਮੈਂ ਜ਼ਿਆਦਾ ਕਹਿ ਲਵੋ ਕਿ ਕਲੈਂਜ਼ਿੰਗ ਵਾਸਤੇ ਮੈਂ ਅੱਜ ਕਲੈਂਜ਼ਿੰਗ ਵਾਸਤੇ ਮੈਂ ਜ਼ਿਆਦਾ ਬਾਹਰ ਦੇ ਪ੍ਰੋਡਕਟਸ ਯੂਜ਼ ਕਰਨੀ ਆ। ਓਕੇ, ਤੇ ਘਰ ਵਿੱਚ ਮੈਂ ਕਦੀ ਬਣਾਇਆ ਨਹੀਂ ਹੈ ਕਲੈਂਸ ਕਰਨ ਵਾਸਤੇ। ਓਕੇ, ਸੋ ਮੇਨਲੀ ਤੁਸੀਂ ਜਾਂ ਤਾਂ ਵਾਸਲੀਨ ਜਾਂ ਕੁਛ ਇੱਦਾਂ ਦਾ ਪ੍ਰੋਡਕਟਸ ਵਗੈਰਾ ਵੀ ਯੂਜ਼ ਕਰ ਸਕਦੇ ਹੋ ਕਿ ਨਹੀਂ? ਕਲੈਂਸਿੰਗ ਵਾਸਤੇ ਟੂ ਬੀ ਓਨੈਸਟ ਨੋ, ਪ੍ਰੋਡਕਟਸ ਰਿਮੂਵਰ ਮੇਕਅਪ ਜਿਹੜਾ ਰਿਮੂਵਰ better ਯੂਜ਼, ਹਾਂ ਉਹ ਯੂਜ਼ ਕਰਾਂਗੀ। ਔਰ ਕਲੈਂਸਿੰਗ ਵਾਸਤੇ ਅਗੇਨ ਅਗਰ ਮੈਨੂੰ ਐਕਸਫੋਲੀਏਸ਼ਨ ਚਾਹੀਦਾ ਫਿਰ बेसन इज बेटर है ना, नाले पकोड़े बनाओ ते नाले ਉਹਨੂੰ to be honest ਉਹ ਕਲੈਂਸਿੰਗ ਵਾਸਤੇ ਵੀ ਅੱਛਾ ਹੈ, ਤੁਸੀਂ ਕਰ ਸਕਦੇ ਹੋ। ਅਗਰ ਤੁਸੀਂ ਸਮਝਦੇ ਪਏ ਹੋ ਕਿ ਮੈਂ ਮਤਲਬ I need a deep cleansing, you can use that remedy again. Okay, so last of all ਮੈਂ ਜਾਣਨਾ ਚਾਹਾਂਗੀ ਹੈ ਨਾ activities to do when you are bored at home before we finish our show. So ਜਿਹੜੀ activities you think ਕਿ ਸਾਡੇ ਜਿਹੜੇ viewers ਨੇ ਘਰ ਬੈਠੇ ਹੋਏ ਥੋੜੀ ਬਹੁਤ ਅੱਖਾਂ ਦੀ ਮਸਾਜ ਕਰ ਸਕਦੇ ਆ ਜਾਂ ਕੁਝ ਇਹੋ ਜਿਹੀ ਚੀਜ਼ਾਂ ਜਿਹੜੀਆਂ ਘਰ ਕਰ ਸਕਦੇ ਆ, ਉਹਦੇ ਬਾਰੇ ਥੋੜਾ ਜਿਹਾ ਦੱਸੋ। ਤੁਸੀਂ ਅਗਰ ਆਪਣੀ ਲੋਕਡਾਊਨ ਵਿੱਚ ਖਾਸ ਤੌਰ you need some activities to motivate yourself, तो मैं कहांगी कि सुबह उठ के तुसी थोड़ी बहुत एक्सरसाइज जरूर करो।
give your body some stretching exercises. Yoga हो सकती है, pilates हो सकता है. Again ਤੁਹਾਨੂੰ ਬਾਹਰ ਜਾਣ ਦੀ ਇੱਥੇ ਤੁਹਾਡਾ ਬਜਟ ਵੀ ਕਹਿ ਲਵੋ ਕਿ ਤੁਸੀਂ ਘਰ ਬੈਠੇ ਕਰ ਸਕਦੇ ਹੋ सब कुछ घर you just have to available put है a few things बटन बजाओ और YouTube के ऊपर lessons ले लो. So you can do that. So you can do yoga exercise at home, which is beneficial for the mind and the body. ਤੁਹਾਡੀ ਮੈਡੀਟੇਸ਼ਨ ਵੀ ਹੋ ਗਈ, ਤੁਹਾਡਾ ਜਿਸਮ ਨੂੰ ਸਟ੍ਰੈਚਿੰਗ ਵੀ ਮਿਲ ਗਈ. ਅਗਰ ਤੁਸੀਂ ਫਰਜ਼ ਕਰੋ ਤੁਸੀਂ ਟੀਵੀ ਦੇਖ ਰਹੇ ਹੋ, ਨੈਟਫਲਿਕਸ ਕਿਤਨਾ ਰੂਜ ਤੇ ਜਾ ਰਿਹਾ ਇਸ ਵਕਤ, ਹਰ ਕੋਈ ਬੈਠ ਕੇ ਨੈਟਫਲਿਕਸ ਵੇਖ ਰਿਹਾ ਜੀ. ਸੋ ਅੱਖਾਂ ਥੱਕ ਗਈਆਂ ਨੇ, ਬੈਠ ਕੇ ਤੁਸੀਂ ਆਪਣਾ ਮਸਾਜ ਕਰ ਸਕਦੇ ਹੋ, ਫੇਸ ਦਾ ਮਸਾਜ ਕਰ ਸਕਦੇ ਹੋ. ਅਗੇਨ ਲੋਟਸ ਆਫ ਆਇਲਸ, almond oil, patchouli oil, jojoba oil, coconut oil. ਇਹ ਤੁਸੀਂ ਹਲਕਾ, ਜ਼ਿਆਦਾ ਨਹੀਂ, nothing too much is good for you. And moderation ਵਿੱਚ ਤੁਸੀਂ ਕਰੋਗੇ, ਹਰ oil ਠੀਕ ਰਹਿੰਦਾ ਵੇ. It depends on your skin type as well. Please ਥੋੜਾ ਜਿਹਾ ਪੈਚ ਕਰ, ਅਗਰ ਕਹਿ ਲੋ ਕਿ viewers used to ਨਹੀਂ ਨੇ, ਫਸਟ ਟਾਈਮ ਯੂਜ਼ ਕਰ ਰਹੇ ਨੇ ਜਾਂ ਫਿਰ ਥੋੜਾ ਜਿਹਾ ਤੁਸੀਂ ਇਸਤੇਮਾਲ ਕਰ ਲਵੋ. ਉਹਦੇ ਬਾਅਦ ਤੁਸੀਂ ਰਦੋ ਅਮਲ ਦੇਖੋ, ਰਿਐਕਸ਼ਨ ਦੇਖੋ, and then you can bring it into an everyday use. ਤੇ ਅੱਖਾਂ ਦਾ ਮਸਾਜ ਅਗੇਨ ਤੁਸੀਂ ਜਿਸ ਵਕਤ ਬਲਿੰਕ ਕਰਦੇ ਹੋ, ਤੁਸੀਂ just push your pressure points, ਤੁਸੀਂ press ਕਰੋਗੇ and you keep on blinking, you actually stretching your eye muscles, so it gives you relaxation. Again ਅਗਰ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ fluid puffy eyes ਨੇ ਜਾਂ ਤੁਹਾਡੇ gels ਦੇ ਵਿੱਚ fluids ਆਏ ਹੋਏ ਨੇ, ਰਹਿ ਚੁੱਕੇ ਨੇ, so you just have to use your knuckles. So use your knuckles, ਔਰ ਤੁਹਾਨੂੰ ਪਤਾ ਕਿ ਤੁਹਾਡੇ ਫੇਸ ਦੇ ਉੱਤੇ ਨਾਈਸ ਸਲਿਪ ਹੈ oil ਦੇ ਨਾਲ, so you just go around and you go towards your lymph nodes, outwards ਕਰਨਾ ਹੈ ਤੁਸੀਂ ਮਸਾਜ. And then ਅਗਰ ਤੁਹਾਨੂੰ ਲੱਗ ਰਿਹਾ ਤੁਹਾਡੀ skin sag ਕਰ ਰਹੀ ਹੈ, then you go upwards. So you could go outwards first and then upwards afterwards. Okay, ਅੱਜ ਤਾਂ ਅਸੀਂ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਡੇ ਕੋਲੋਂ ਬੁਸ਼ਰਾ ਜੀ ਲੈ ਲਈ ਹੈ, ਬਟ ਲਾਸਟ ਆਫ ਆਲ ਯੂ ਨੋ ਆਈ ਹੈਡ ਲੋਟਸ ਆਫ ਕੁਐਸਚਨ ਜਿਹੜੇ ਹਜੇ ਅਸੀਂ ਕਵਰ ਅਪ ਨਹੀਂ ਕੀਤੇ, ਬਟ ਮੇਬੀ ਵੀਲ ਡੂ ਨੈਕਸਟ ਟਾਈਮ. ਬਟ ਐਨੀ ਮੈਸੇਜ ਯੂ ਵਾਂਟ ਟੂ ਗਿਵ, ਅ ਕੁਇਕ ਮੈਸੇਜ ਬਿਫੋਰ ਵੀ ਲੀਵ? I think lockdown ਦੇ ਵਿੱਚ ਮੈਨੂੰ ਬੜਾ ਅਹਿਸਾਸ ਹੋਇਆ, ਇੱਕ ਚੀਜ਼ ਦਾ ਅਹਿਸਾਸ ਹੋਇਆ ਕਿ ਅਗਰ ਅਸੀਂ ਆਪਣੀ ਲੁੱਕ ਆਫਟਰ ਨਹੀਂ ਕਰਦੇ ਨਾ, ਅਸੀਂ ਕਿਸੇ ਦੀ ਅੱਛੀ ਤਰ੍ਹਾਂ ਲੁੱਕ ਆਫਟਰ ਨਹੀਂ ਕਰ ਸਕਦੇ. ਫਰਜ਼ ਕਰੋ ਤੁਹਾਡੇ ਕੋਲ ਅਗਰ ਜ਼ਿੰਮੇਦਾਰੀਆਂ ਨੇ, ਤੁਸੀਂ ਲੋਕਾਂ ਦੀ ਲੁੱਕ ਆਫਟਰ ਕਰਨੀ ਹੈ, ਘਰ ਦੇ ਵਿੱਚ ਬੱਚੇ ਨੇ, ਹਸਬੈਂਡ ਹੈ ਜਾਂ ਵਾਈਸ ਵਰਸਾ, I think you need to fill your, ਅਗਰ ਤੁਹਾਡੀ ਬੋਤਲ ਖਾਲੀ ਹੈ ਤੇ ਤੁਸੀਂ ਕਿਸੇ ਨੂੰ ਕੀ ਦੇ ਸਕਦੇ ਹੋ? So by looking after yourself, you're actually refilling your cup, your energy, your motivation, and then you can actually give it to others. So please do look after yourself. So Bushra ji ne bahut अच्छे message de naal sada Health Talk finish kita हैगा. So thank you Bushra for coming to Health Talk show. Thank you for having me. मैं अकेला ही चला था, सफर पर लोग मिले और एक कारवा बनता गया.